ਸਤਿ ਸ਼੍ਰੀ ਅਕਾਲ। ਮੈਂ ਹਰਜਿੰਦਰ ਸਿੰਘ, ਮੇਰੇ ਨਾਲ ਨੇ ਜਸਕਰਨ ਸਿੰਘ। ਸੋ ਅੱਜ ਅਸੀਂ ਪੰਜਾਬ ਦੇ ਅਤੇ ਸਿੱਖਾਂ ਦੇ ਦੋ ਭਖਦੇ ਮੁੱਦਿਆਂ 'ਤੇ ਗੱਲ ਕਰਾਂਗੇ। ਪਹਿਲਾ ਹੈ ਬੇਅਦਬੀ, ਦੂਸਰਾ ਜੋ ਕਿ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਮਚੂਕਾ ਵਿਖੇ ਜੋ ਕਿ ਬੋਧੀ ਧਰਮ ਦੇ ਸਥਾਨ ਦੇ ਵਿੱਚ ਜੋ ਤਬਦੀਲ ਕੀਤਾ ਗਿਆ ਹੈ, ਉਸ ਬਾਰੇ ਅੱਜ ਅਸੀਂ ਗੱਲ ਕਰਨੀ ਹੈ। ਤਾਂ ਅਸੀਂ ਅੱਜ ਪੁੱਛਾਂਗੇ ਜਸਕਰਨ ਸਿੰਘ ਜੀ ਪਾਸੋਂ, ਅਤੇ ਜੋ ਬੇਅਦਬੀਆਂ ਦਾ ਅੱਜ ਕੱਲ੍ਹ ਦੌਰ ਚੱਲ ਰਿਹਾ ਹੈ ਬਹੁਤ ਲੰਮੇ ਸਮੇਂ ਤੋਂ, ਇਸ ਬਾਰੇ ਸਰੋਤਿਆਂ ਨੂੰ ਆਪਾਂ ਅੱਜ ਦੱਸਣਾ। ਸਰਦਾਰ ਹਰਜਿੰਦਰ ਸਿੰਘ ਜੀ, ਮੈਂ ਦੱਸਣਾ ਚਾਹਾਂਗਾ ਕਿ ਜੋ ਪੰਜਾਬ ਦੇ ਅੰਦਰ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਇਹ ਬੇਅਦਬੀਆਂ ਦਾ ਦੌਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀਆਂ ਹੋਈਆਂ ਉਹ ਸ਼ੁਰੂ ਹੋਇਆ। ਇਹ ਇਕੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੀ ਨਹੀਂ, ਕਈ ਥਾਵਾਂ 'ਤੇ ਅਜਿਹੀਆਂ ਘਟਨਾਵਾਂ ਵੀ ਆਈਆਂ ਜਿੱਥੇ ਹੋਰ ਧਰਮਾਂ ਦੇ ਜਿਹੜੇ ਧਾਰਮਿਕ ਸਥਾਨ ਹੈਗੇ ਆ ਉਹਨਾਂ ਦੀ ਵੀ ਜਿਹੜੀ ਬੇਅਦਬੀਆਂ ਸਾਹਮਣੇ ਆਈਆਂ। ਲੇਕਿਨ ਜਿਹੜਾ ਵੱਡੀ ਗਿਣਤੀ 'ਚ ਜਿਹੜੀ ਧਾਰਮਿਕ ਸਥਾਨਾਂ ਨਾਲ ਜਾਂ ਧਾਰਮਿਕ ਭਾਵਨਾਵਾਂ ਨਾਲ ਜਿਹੜਾ ਖਿਲਵਾੜ ਹੋਇਆ, ਉਹ ਪੰਜਾਬ ਦੇ ਅੰਦਰ ਉਹ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨਾਲ ਕੀਤਾ ਗਿਆ। ਸਿੱਖ ਮੈਜੋਰਟੀ ਸਟੇਟ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਅੰਦਰ ਜਿਹੜਾ ਵੱਡੀ ਗਿਣਤੀ ਵਿੱਚ ਜਿਹੜੀਆਂ ਬੇਅਦਬੀ ਦੀ ਘਟਨਾਵਾਂ ਲਗਾਤਾਰ ਹੁੰਦੀਆਂ ਆਈਆਂ। ਅਤੇ ਇਹ ਪਿਛਲੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇੱਕ ਪੰਥਕ ਇਕੱਤਰਤਾ ਹੋਈ ਸੀਗੀ, ਜਿਸ ਵਿੱਚ ਇਹ ਚੀਜ਼ ਸਾਹਮਣੇ ਆਈ ਕਿ ਮਾਰਚ 2013 ਤੋਂ ਲੈ ਕੇ ਤਕਰੀਬਨ ਫਰਵਰੀ 2019 ਤੱਕ ਕਰੀਬ 250 ਤੋਂ ਵੱਧ ਜਿਹੜੀਆਂ ਬੇਅਦਬੀ ਦੀ ਘਟਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਜਿਹਦੇ 'ਚ ਜਾਂ ਕਿਸੇ ਨੇ ਦਰਬਾਰ ਸਾਹਿਬ ਕਿਸੇ ਗੁਰਦੁਆਰਾ ਸਾਹਿਬ ਦੇ ਅੰਦਰ ਦਰਬਾਰ 'ਚ ਜਾ ਕੇ ਕੋਈ ਬੇਅਦਬੀ ਕੀਤੀ ਆ, ਇੱਦਾਂ ਦੀਆਂ ਵੱਖ-ਵੱਖ ਕੈਟੇਗਰੀਜ਼ ਜਿਹੜੀਆਂ ਘਟਨਾਵਾਂ ਆਈਆਂ। ਅਤੇ ਇੱਕ ਇਹਦੇ 'ਚ ਅਹਿਮ ਪੱਖ ਇਹ ਹੈ ਵੀ ਜਿੰਨੇ ਵੀ ਬੇਅਦਬੀ ਕਰਨ ਵਾਲੇ ਜਿਹੜੇ ਹੁੰਦੇ ਆ ਦੋਸ਼ੀ, ਜਿਹੜੇ ਕੋਈ ਫੜੇ ਵੀ ਜਾਂਦੇ ਆ, ਕਈ ਕੇਸਾਂ 'ਚ ਨਹੀਂ ਵੀ ਫੜੇ ਗਏ। ਜਿਵੇਂ ਬਹੁਤ ਵੱਡੇ ਜਿਹੜੇ ਕੇਸ, ਸਭ ਤੋਂ ਵੱਡਾ ਜਿਹੜਾ ਕੇਸ ਉਹ ਬਰਗਾੜੀ ਅਤੇ ਬਾਈਬਲ ਕਲਾਂ ਜਿਹੜਾ ਹੋਏ ਸੀਗੇ ਫਰੀਦਕੋਟ ਜ਼ਿਲ੍ਹੇ ਵਾਲੇ, ਉਹਦੇ ਜਿਹੜੇ ਭਗੌੜੇ ਆ ਉਹ ਅੱਜ ਤੱਕ ਪੁਲਿਸ ਵੱਲੋਂ ਜਿਹੜੇ ਨਹੀਂ ਫੜੇ ਗਏ, ਜਿਹੜੇ ਕਿ ਡੇਰਾ ਸੱਚਾ ਸੌਦਾ ਗੁਰਮੀਤ ਰਾਮ ਰਹੀਮ ਦੇ ਪੈਰੋਕਾਰ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਕੇਸਾਂ ਜਿਹੜੇ ਫੜੇ ਜਾਂਦੇ ਆ, ਉਹਨਾਂ ਨੂੰ ਅਕਸਰ ਦੇਖਿਆ ਜਾਂਦਾ ਵੀ ਉਹ ਦਿਮਾਗੀ ਤੌਰ 'ਤੇ ਠੀਕ ਨਹੀਂ ਹੈਗੇ ਜਾਂ ਉਹ ਪਾਗਲ ਨੇ। ਇੱਦਾਂ ਦਾ ਜਿਹੜਾ ਇੱਕ ਸਾਬਤ ਕਰਕੇ ਉਹਨਾਂ ਨੂੰ ਅਕਸਰ ਪੁਲਿਸ ਢਿੱਲੀ ਕਾਰਵਾਈ ਕਰਦੀ ਹੈ, ਅਤੇ ਕੋਈ ਮਿਸਾਲੀ ਕਾਰਵਾਈਆਂ ਨਾ ਹੋਣ ਕਰਕੇ ਜਿਹੜਾ ਇਹ ਬੇਅਦਬੀਆਂ ਦਾ ਦੌਰ ਲਗਾਤਾਰ ਜਾਰੀ ਹੈ। ਹੁਣ ਇਹ ਰੀਸੈਂਟਲੀ ਵੀ ਜਿਵੇਂ ਆਪ ਜੀ ਨੂੰ ਪਤਾ ਹੋਏਗਾ ਜਿਹੜੀ ਘਟਨਾ ਗੁਰਦੁਆਰਾ ਕੋਤਵਾਲੀ ਸਾਹਿਬ ਮਰਿੰਡੇ ਵਿਖੇ ਹੋਈ ਹੈ, ਉਹ ਵੀ ਬਹੁਤ ਹੀ ਮਤਲਬ ਹਿਰਦੇ ਝੰਜੋੜਨ ਵਾਲੀ ਜਿਹੜੀ ਘਟਨਾ ਉਹ ਹੈਗੀ ਆ। ਅਤੇ ਇਸ ਤਰ੍ਹਾਂ ਇਹ ਲਗਾਤਾਰ ਦੌਰ ਜਿਹੜਾ ਵੱਧਦਾ ਜਾ ਰਿਹਾ ਹੈ ਜੀ। ਅਤੇ ਇੱਕ ਜੋ ਅਸੀਂ ਅੱਜ ਕੱਲ੍ਹ ਦੇਖਿਆ, ਜੋ ਇਹ ਬੇਅਦਬੀਆਂ ਹੁੰਦੀਆਂ, ਤੁਸੀਂ ਇਹਨਾਂ ਨੂੰ ਇਹ ਕੋਈ ਰਾਜਨੀਤਿਕ ਕਰਵਾ ਰਹੇ ਆ, ਜਾਂ ਜੋ ਇਹ ਕਹਿੰਦੇ ਆ ਕਿ ਇਹ ਜੋ ਵੀ ਇਨਸਾਨ ਕੋਈ ਬੇਅਦਬੀ ਕਰਦਾ ਬਾਅਦ ਦੇ ਵਿੱਚ ਉਹ ਪਾਇਆ ਜਾਂਦਾ ਕਿ ਇਹ ਮੈਂਟਲੀ ਅਪਸੈਟ ਸੀਗਾ, ਇਹ ਇੱਕ ਮਿਲੀ ਭੁਗਤ ਹੈ ਜਾਂ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ ਹਰਜਿੰਦਰ ਸਿੰਘ ਜੀ, ਇਹ ਕੇਸਾਂ 'ਚ ਜਿਹੜੀ ਅਕਾਲ ਤਖਤ ਸਾਹਿਬ ਦੀ ਜਿਹੜੀ ਮੈਂ ਤੁਹਾਨੂੰ ਜੇ ਡਿਟੇਲ ਦੱਸਾਂ, ਜਿਹੜੀ ਪੰਥਕ ਇਕੱਤਰਤਾ ਹੋਈ ਸੀ ਉਹਦੇ 'ਚ ਉਹਨਾਂ ਨੇ 3 ਵੱਖ-ਵੱਖ ਕੈਟੇਗਰੀਆਂ ਬਣਾਈਆਂ ਸੀਗੀਆਂ ਜਿਹੜੀ ਬੇਅਦਬੀ ਦੀ ਕਿਸ ਤਰ੍ਹਾਂ ਹੁੰਦੀ ਹੈ। ਇੱਕ ਤਾਂ ਕਈ ਇਹੋ ਜਿਹੇ ਵੀ ਕੋਈ ਜਿਹੜੇ ਜਾਣ-ਬੁੱਝ ਕੇ ਕਿਸੇ ਸਾਜ਼ਿਸ਼ ਦੇ ਤਹਿਤ ਬੇਅਦਬੀ ਕਰਦੇ ਆ। ਦੂਜੀ ਘਟਨਾ ਉਹ ਜੇ ਕੋਈ ਮੰਨ ਲਓ ਸੱਚੀ ਮੁੱਚੀ ਕੋਈ ਦਿਮਾਗੀ ਤੌਰ 'ਤੇ ਉਹਦੇ ਹਾਲਾਤ ਠੀਕ ਨਹੀਂ ਜਾਂ ਕਿਸੇ ਡਿਪਰੈਸ਼ਨ ਦਾ ਸ਼ਿਕਾਰ ਹੈ, ਉਹਨੇ ਇੱਦਾਂ ਦੀ ਕੋਈ ਘਟਨਾ ਕਰਤੀ। ਇੱਕ ਹੋਰ ਉਹਨਾਂ ਨੇ ਕੈਟੇਗਰੀ ਬਣਾਈ ਸੀ ਜਿਹਦੇ 'ਚ ਇਹੋ ਜਿਹੇ ਸਾਜ਼ਿਸ਼ ਘੜਤਾ ਹੈਗੇ ਆ ਵੀ ਜਿਨ੍ਹਾਂ ਦੇ ਪਿੱਛੇ ਕੋਈ ਬਹੁਤ ਵੱਡੀਆਂ ਜਿਹੜੀਆਂ ਸ਼ਕਤੀਆਂ ਉਹ ਕੰਮ ਕਰ ਰਹੀਆਂ, ਅਤੇ ਉਹ ਬੜੇ ਗੁੱਝੇ ਢੰਗ ਨਾਲ ਜਿਹੜਾ ਇਹ ਸਾਰਾ ਸਟੇਟ ਦਾ ਮਾਹੌਲ ਖ਼ਰਾਬ ਕਰਨਾ, ਜਾਂ ਜਦੋਂ ਕੋਈ ਰਾਜਨੀਤੀ ਦਾ ਹੁੰਦਾ, ਜਿਸ ਤਰ੍ਹਾਂ ਅਕਸਰ ਦੇਖਿਆ ਜਾਂਦਾ ਕਿ ਜਦੋਂ ਕਿਤੇ ਇਲੈਕਸ਼ਨ ਨੇੜੇ ਹੋਵੇ ਅਤੇ ਉਦੋਂ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਅਕਸਰ ਵਾਪਰਦੀਆਂ। ਅਤੇ ਜਿਹੜਾ ਮਤਲਬ ਬੇਅਦਬੀ ਦਾ ਜਿਹੜਾ ਇਹ ਮਸਲਾ ਹੈਗਾ, ਇਹ ਦੇਖੋ ਕਿਸੇ ਵੀ ਧਾਰਮਿਕ ਭਾਵਨਾਵਾਂ ਅਸੀਂ ਨਹੀਂ ਕਹਿੰਦੇ ਕਿ ਵੀ ਇਕੱਲੇ ਸਿੱਖਾਂ ਦੀ ਆਦਤ। ਹੁਣੇ ਬੀਤੇ ਸਮੇਂ ਤਰਨਤਾਰਨ ਵਿਖੇ ਇੱਕ ਕ੍ਰਿਸਚਨ ਜਿਹੜਾ ਉਹਨਾਂ ਦਾ ਉੱਥੇ ਸੀਗਾ ਚਰਚ, ਉੱਥੇ ਵੀ ਜੀਸਸ ਕ੍ਰਾਈਸਟ ਦੀ ਜਿਹੜੀ ਮੂਰਤੀ ਸੀਗੀ ਉਹ ਖੰਡਿਤ ਕੀਤੀ ਗਈ। ਅਤੇ ਇਹ ਬੜਾ ਹੀ ਮਤਲਬ ਇੱਕ ਸੰਵੇਦਨਸ਼ੀਲ ਮੁੱਦਾ ਹੈਗਾ ਜਿਹਦੇ ਨਾਲ ਸਟੇਟ ਦਾ ਲਾਅ ਐਂਡ ਆਰਡਰ ਜਿਹੜਾ ਉਹ ਜੁੜਿਆ ਹੋਇਆ, ਅਤੇ ਉਸ ਤੋਂ ਇਲਾਵਾ ਲੋਕਾਂ ਦੀ ਧਾਰਮਿਕ ਭਾਵਨਾਵਾਂ ਜਿਹੜੀਆਂ ਉਹ ਜੁੜੀਆਂ। ਅਤੇ
ਇੱਕ ਜਿਹੜੀ ਹੋਰ ਅਹਿਮ ਗੱਲ ਹੈ, ਜਿਵੇਂ ਹੁਣੇ ਬੀਤੇ ਕੱਲ੍ਹ ਜਿਹੜੀ ਘਟਨਾ ਹੋਈ ਆ, ਜਿਹੜੀ ਮਰਿੰਡੇ ਵਿਖੇ ਹੋਈ ਹੈ, ਉਹਦੇ ਨਾਲ ਹੀ ਇੱਕ ਹੋਰ ਘਟਨਾ ਗੋਲੇਵਾਲ ਇੱਕ ਜਗ੍ਹਾ ਹੈਗੀ ਆ ਫਰੀਦਕੋਟ ਦੇ ਅੰਦਰ, ਉੱਥੇ ਵੀ ਹੋਈ ਆ। ਉੱਥੇ ਵੀ ਪੰਜਾਬ ਪੁਲਿਸ ਨੇ 2 ਜਿਹੜੇ ਲੋਕ ਗ੍ਰਿਫਤਾਰ ਕੀਤੇ ਨੇ। ਇਹ ਵੀ ਸਾਹਮਣੇ ਆਇਆ ਕਿ ਉਹ ਦੋਵੇਂ ਜਿਹੜੇ ਲੋਕੀ ਹੈਗੇ ਆ, ਜਿਹੜੇ ਦੋਸ਼ੀ ਹੈਗੇ ਆ, ਉਹ ਕ੍ਰਿਸਚਨ ਭਾਈਚਾਰੇ ਤੋਂ ਸੰਬੰਧ ਰੱਖਦੇ ਨੇ। ਉਹਨਾਂ 'ਚੋਂ ਇੱਕ ਪਾਸਟਰ ਵੀ ਹੈਗਾ। ਹੁਣ ਇਹ ਚੀਜ਼ ਤਾਂ ਸਰਕਾਰ ਨੇ ਸਪਸ਼ਟ ਕਰਨੀ ਹੈ, ਕਿਉਂਕਿ ਬੀਤੇ ਲੰਬੇ ਸਮੇਂ ਤੋਂ, ਜਦੋਂ ਤੋਂ 2013 ਤੋਂ ਲੈ ਕੇ ਹੁਣ ਤੱਕ ਪੰਜਾਬ 'ਚ ਤਕਰੀਬਨ 3 ਤੋਂ 4 ਸਰਕਾਰਾਂ ਜਿਹੜੀਆਂ ਉਹ ਆ ਚੁੱਕੀਆਂ। ਅਕਾਲੀਆਂ ਦੀ ਸਰਕਾਰ ਰਹੀ, ਫਿਰ ਕਾਂਗਰਸ ਦੀ ਸਰਕਾਰ ਆ ਗਈ, ਫਿਰ ਆਮ ਆਦਮੀ ਪਾਰਟੀ ਦੀ ਵੀ ਸਰਕਾਰ ਆ ਗਈ, ਤੇ ਇਸ ਤਰ੍ਹਾਂ 3-4 ਜਿਹੜੀ ਸਰਕਾਰਾਂ ਉਹ ਬਦਲ ਗਈਆਂ। ਲੇਕਿਨ ਜੇ ਆਪਾਂ ਬਰਗਾੜੀ ਦੀ ਗੱਲ ਕਰੀਏ, ਉਹਦਾ ਵੀ ਹਾਲੇ ਤੱਕ ਇਨਸਾਫ ਜਿਹੜਾ ਸਪਸ਼ਟ ਨਹੀਂ ਹੈਗਾ। ਉਹ ਜਿਹੜੇ ਦੋਸ਼ੀ ਹੈ, ਜਿਹੜੇ ਡੇਰਾ ਸੱਚਾ ਸੌਦਾ ਵਾਲੇ ਦੇ ਜਿਹੜੇ ਸਾਜ਼ਿਸ਼ ਘੜਤੇ, ਜਿਨ੍ਹਾਂ ਨੇ ਉਸ ਟਾਈਮ ਉਹ ਬੇਅਦਬੀਆਂ ਕੀਤੀਆਂ, ਮਹਾਰਾਜ ਦੇ ਜਿਹੜੇ ਅੰਗ ਉਹ ਗਲੀਆਂ 'ਚ ਖਿਲਾਰੇ ਜਾਂ ਪੋਸਟਰ ਲਾਏ, ਉਹ ਅੱਜ ਤੱਕ ਨਹੀਂ ਫੜੇ ਗਏ। ਕਈ ਜਿਹੜੇ ਫੜੇ ਵੀ ਗਏ ਨੇ ਉਹ ਹਲੇ ਜੇਲ੍ਹ 'ਚ ਹੈਗੇ ਆ, ਉਹਨਾਂ ਦਾ ਹਾਲੇ ਤੱਕ ਇਨਸਾਫ ਲੇਕਿਨ ਸੰਗਤ ਨੂੰ ਨਹੀਂ ਮਿਲਿਆ। ਇਸੇ ਤਰ੍ਹਾਂ ਜਿਹੜੀ ਆ ਫਰੀਦਕੋਟ ਵਾਲੀ ਰੀਸੈਂਟ 'ਚ ਘਟਨਾ ਜਿਹੜੀ ਗੋਲੇਵਾਲ ਵਾਲੀ ਹੈਗੀ ਆ, ਉਹਦੇ 'ਚ ਜੇ ਤੁਸੀਂ ਦੇਖੋਗੇ, ਉਹਦੇ 'ਚ ਵੀ ਇਹ ਸਰਕਾਰ ਨੇ ਸਪਸ਼ਟ ਕਰਨਾ ਹੈ ਕਿ ਵੀ ਇੱਕ ਭਾਈਚਾਰੇ ਦੇ, ਇੱਕ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੇ, ਜਿਹੜੇ ਕਿ ਉਹਨਾਂ ਦੇ ਧਾਰਮਿਕ ਮਤਲਬ ਪਾਸਟਰ ਵੀ ਹੈਗੇ ਆ, ਜਿਵੇਂ ਸਾਡੇ ਸਿੱਖਾਂ 'ਚ ਗ੍ਰੰਥੀ ਹੁੰਦੇ ਨੇ, ਉਵੇਂ ਹੀ ਈਸਾਈਆਂ 'ਚ ਪਾਸਟਰ ਹੁੰਦੇ ਨੇ, ਵੀ ਉਹਨਾਂ ਨੇ ਇਹੋ ਜਿਹਾ ਕੰਮ ਕਿਉਂ ਕੀਤਾ। ਇਹ ਚੀਜ਼ ਸਰਕਾਰ ਨੂੰ ਸਪਸ਼ਟ ਕਰਨੀ ਪਊਗੀ। ਇਹਦਾ ਕਾਰਨ ਸਰਕਾਰ ਨੂੰ ਦੱਸਣੇ ਪੈਣਗੇ ਕਿ ਵੀ ਇਹ ਅਸਲ 'ਚ ਹੋ ਕਿਉਂ ਰਿਹਾ। ਮਸਲਾ ਹੀ ਇਹ ਹੈ ਕਿ ਵੀ ਇਹ ਚੀਜ਼ਾਂ ਦੀ ਜਿਹੜੀ ਸਾਜ਼ਿਸ਼ ਹੈਗੀ ਆ, ਉਹ ਹੁਣ ਤੱਕ ਨੰਗੀ ਨਹੀਂ ਹੋਈ ਵੀ ਇਹਨਾਂ ਪਿੱਛੇ ਕੰਮ ਕੌਣ ਕਰ ਰਿਹਾ, ਕੌਣ ਨਹੀਂ ਕਰ ਰਿਹਾ। ਇਹ ਬਾਰ-ਬਾਰ ਜਦੋਂ ਹੁਣ ਜਿਵੇਂ ਜਲੰਧਰ ਜਿਮਨੀ ਚੋਣਾਂ ਹੈਗੀਆਂ, ਉਸ ਟਾਈਮ 'ਚ ਇਹੋ ਜਿਹਾ ਇੱਕ ਮਾਹੌਲ ਕ੍ਰੀਏਟ ਹੋਣਾ ਸਟੇਟ 'ਚ ਫੇਰ ਦੁਬਾਰਾ, ਅਤੇ ਇਹ ਕਿਤੇ ਨਾ ਕਿਤੇ ਜਿਹੜਾ ਸਰਕਾਰ ਦੀ ਕਾਰਗੁਜ਼ਾਰੀਆਂ 'ਤੇ, ਭਾਵੇਂ ਉਹ ਹੁਣ ਦੀ ਸਰਕਾਰ ਹੈ ਜਾਂ ਪਹਿਲਾਂ ਦੀ ਵੀ ਰਹੀਆਂ, ਉਹਨਾਂ ਦੀ ਕਾਰਗੁਜ਼ਾਰੀ 'ਤੇ ਜਿਹੜਾ ਇੱਕ ਵੱਡਾ ਸਵਾਲੀਆ ਚਿੰਨ੍ਹ ਹੈਗਾ ਜੀ। ਅਤੇ ਇੱਕ ਆਪਾਂ ਇਹ ਦੇਖਦੇ ਹਾਂ, ਜੋ ਸਰਕਾਰਾਂ ਹੁਣ ਤੱਕ ਜਿੰਨੀਆਂ ਬੇਅਦਬੀਆਂ ਹੋਈਆਂ, ਉਹਨਾਂ ਵਿੱਚ ਸਰਕਾਰ ਨੇ ਕਿੰਨੀ ਕੁ ਕੋਸ਼ਿਸ਼ ਕੀਤੀ ਹੈ, ਕਿੰਨੀ ਕੁ ਸਫਲ ਰਹੀ ਹੈ ਕਿ ਬੇਅਦਬੀਆਂ ਨੂੰ ਰੋਕਿਆ ਜਾਵੇ, ਇਹਨਾਂ 'ਤੇ ਠੱਲ ਪਾਈ ਜਾਵੇ, ਜਾਂ ਇਹਨਾਂ ਪਿੱਛੇ ਜੋ ਏਜੰਸੀਆਂ ਕੰਮ ਕਰ ਰਹੀਆਂ ਨੇ ਕਿ ਉਹਨਾਂ ਬਾਰੇ, ਉਹਨਾਂ ਦੀ ਜਾਂਚ ਪੜਤਾਲ ਕਰਨੀ, ਉਹਨਾਂ 'ਤੇ ਸਰਕਾਰਾਂ ਨੇ ਕਿੰਨੀ ਕੋਸ਼ਿਸ਼ ਕੀਤੀ ਹੈ। ਸਰਦਾਰ ਹਰਜਿੰਦਰ ਸਿੰਘ ਜੀ, ਇੱਕ ਜਿਹੜਾ ਇਹਦੇ ਪਿੱਛੇ ਵੱਡਾ ਕਾਰਨ ਇਹ ਹੈਗਾ ਕਿ ਅਕਸਰ ਜਦੋਂ ਕੋਈ ਕਿਸੇ ਦੀ ਧਾਰਮਿਕ ਭਾਵਨਾਵਾਂ ਆਹਤ ਕਰਦਾ ਜਾਂ ਜਦੋਂ ਕੋਈ ਬੇਅਦਬੀ ਕਰਦਾ, ਤਾਂ ਉਹਦਾ ਜਿਹੜਾ ਸਾਡਾ ਇੰਡੀਅਨ ਪੈਨਲ ਕੋਡ ਦਾ ਜਿਹੜਾ ਧਾਰਾ 295A ਲੱਗਦੀ ਹੈ, ਜਿਹੜੀ ਇੱਕ ਮਾਮੂਲੀ ਜਾਂ ਇੱਕ ਉਹਦੇ 'ਚ ਬੇਲ ਵੀ ਹੋ ਜਾਂਦੀ ਹੈ। ਕਈ ਵਾਰ ਕੋਈ ਜ਼ਿਆਦਾ ਸੈਂਸਿਟਿਵ ਕੇਸ ਹੋਵੇ ਅਤੇ ਉਹਦੇ ਨੇਚਰ ਦੇ ਅਕੋਰਡਿੰਗਲੀ ਉਹ ਬੰਦੇ ਨੂੰ ਬੇਲ ਨਹੀਂ ਵੀ ਹੁੰਦੀ। ਲੇਕਿਨ ਜਦੋਂ ਤੱਕ ਸਾਡੇ ਜਿਹੜੇ ਕਾਨੂੰਨ ਹੈਗੇ ਆ, ਉਹ ਸਟ੍ਰਿਕਟ ਜਿਹੜੇ ਡੈਟਰੈਂਟ ਮੈਜਰ ਨਹੀਂ ਹੁੰਦੇ, ਮੰਨ ਲਓ ਲੋਕਾਂ ਨੂੰ ਇਸ ਚੀਜ਼ ਦਾ ਡਰ ਨਹੀਂ ਹੁੰਦਾ ਕਿ ਵੀ ਜੇ ਅਸੀਂ ਬੇਅਦਬੀ ਕਰਦੇ ਹਾਂ ਤਾਂ ਸਾਨੂੰ ਜਿਹੜੀ ਸਖਤ ਸਜ਼ਾ ਹੋਊਗੀ। ਮੰਨ ਲਓ ਜੇ ਕੋਈ ਮਰਡਰ ਕਰਦਾ ਤਾਂ ਉਹਦੇ 'ਚ ਉਮਰ ਕੈਦ ਤੱਕ ਦੀ ਸਜ਼ਾ ਦਾ ਪ੍ਰੋਵੀਜ਼ਨ ਹੈਗਾ, ਫਾਂਸੀ ਤੱਕ ਦਾ ਵੀ ਹੈਗਾ। ਜੇ ਕੋਈ ਕਿਸੇ ਦਾ ਰੇਪ ਕਰਦਾ ਤਾਂ ਉਹਦੇ 'ਚ ਫਾਂਸੀ ਤੱਕ ਦਾ ਪ੍ਰੋਵੀਜ਼ਨ ਵੀ ਹੈਗਾ। ਭਾਰਤ 'ਚ ਰੇਪ ਦੇ ਕੇਸਾਂ 'ਚ ਜਿਹੜਾ ਲੋਕਾਂ ਨੂੰ ਫਾਂਸੀ ਹੋਈ ਹੈ। ਅਤੇ ਇਸੇ ਤਰ੍ਹਾਂ ਜਿਹੜੇ ਇਹ ਧਾਰਮਿਕ ਭਾਵਨਾਵਾਂ, ਭਾਵੇਂ ਉਹ ਸਿੱਖਾਂ ਦੀ ਹੋਣ, ਭਾਵੇਂ ਹਿੰਦੂਆਂ ਦੀ, ਭਾਵੇਂ ਮੁਸਲਿਮ ਭਾਈਚਾਰੇ ਦੀ ਜਾਂ ਕ੍ਰਿਸਚਨ ਭਾਈਚਾਰੇ ਦੀ, ਜੇ ਕੋਈ ਇੱਦਾਂ ਦੀ ਉਹਨਾਂ ਦੀ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਦਾ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਇੱਕ ਸਟ੍ਰਿਕਟ ਡੈਟਰੈਂਟ ਜਿਹੜੇ ਮੈਜਰ ਹੈਗੇ ਆ, ਕਾਨੂੰਨ ਇੱਦਾਂ ਦੇ ਬਣਾਏ ਜਾਣ। ਅਤੇ ਮੇਰੇ ਖਿਆਲ ਨਾਲ ਪੰਜਾਬ ਦੇ ਅੰਦਰ ਇੱਕ ਇੱਦਾਂ ਦੀ ਕੋਸ਼ਿਸ਼ ਹੋਈ ਸੀਗੀ ਕਿ ਜਿਹੜਾ 295 ਇਹਨੂੰ ਹੋਰ ਸਟਰੋਂਗ ਬਣਾਇਆ ਜਾਵੇ, ਤਾਂ ਕਿ ਜਿਹੜੀ ਘੱਟੋ ਘੱਟ ਉਮਰ ਕੈਦ ਦਾ ਪ੍ਰੋਵੀਜ਼ਨ ਜਿਹੜਾ ਹੈਗਾ ਉਹਦੇ 'ਚ ਜਿਹੜਾ ਬਣਾਇਆ ਜਾ ਸਕੇ। ਲੇਕਿਨ ਉਹ ਮੈਨੂੰ ਨਹੀਂ ਲੱਗਦਾ ਕਿ ਉਹ ਵਿਧਾਨ ਸਭਾ ਤੋਂ ਅੱਗੇ ਉਹ ਗੱਲ ਪਹੁੰਚੀ ਹੈ ਜਾਂ ਉਹ ਜਿਹੜਾ ਕਾਨੂੰਨ ਜਿਹੜਾ ਅੱਗੇ ਵਧਿਆ। ਤਾਂ ਮੇਨ ਜਿਹੜੀ ਗੱਲ ਹੈ ਉਹ ਹੈ ਕਿ ਸਰਕਾਰਾਂ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਆਂ ਹੈਗੀਆਂ ਉਹ ਆਪਣਾ ਕੰਮ ਕਰਦੀਆਂ, ਨੋ ਡਾਊਟ, ਪਰ ਇੱਕ ਤਾਂ ਉਹਨਾਂ 'ਚ ਪਾਰਦਰਸ਼ਤਾ ਹੋਣੀ ਬਹੁਤ ਜ਼ਰੂਰੀ ਹੈ ਕਿ ਉਹ ਲੋਕਾਂ ਨੂੰ ਜਿਹੜਾ ਜੋ ਘਟਨਾ ਹੋਈ ਹੈ ਉਹਦੀ ਬਿਲਕੁਲ ਸਪਸ਼ਟ ਜਾਣਕਾਰੀ ਦੇਣ। ਅਤੇ ਦੂਜਾ ਇਹ ਹੈ ਕਿ ਉਹ ਸਰਕਾਰਾਂ ਜਿਹੜੀਆਂ ਹੈਗੀਆਂ ਇੱਦਾਂ ਦੇ ਕਾਨੂੰਨ ਬਣਾਉਣ ਲਈ ਵੀ ਅੱਗੇ ਵਧਣ, ਤਾਂ ਕਿ ਲੋਕਾਂ ਦੇ ਮਨਾਂ 'ਚ ਇੱਕ ਇਹ ਡਰ ਬਣੇ ਜਿਹੜਾ ਅੱਜ ਆਮ ਇੱਕ ਵਰਤਾਰਾ ਵਾਪਰ ਰਿਹਾ
ਇਹਨੂੰ ਠੱਲਣ ਲਈ ਇੱਕ ਲੋਕਾਂ ਦੇ ਮਨਾਂ 'ਚ ਇਸ ਚੀਜ਼ ਦਾ ਡਰ ਹੋਵੇ ਕਿ ਵੀ ਅਸੀਂ ਜੇ ਕਿਸੇ ਦੂਜੇ ਦੀ ਧਾਰਮਿਕ ਭਾਵਨਾਵਾਂ ਭੜਕਾਉਂਦੇ ਹਾਂ ਵੀ ਉਹਦੇ 'ਚ ਉਹ ਸਾਨੂੰ ਜਿਹੜੀ ਕੜੀ ਕਾਰਵਾਈ ਆ, ਜਿਹੜੀ ਸਾਡੇ ਖਿਲਾਫ ਸਖਤ ਸਜ਼ਾ ਜਿਹੜਾ ਉਹਦਾ ਹੋਣ ਦਾ ਖਤਰਾ ਹੈਗਾ। ਤੇ ਜਿੱਦਾਂ ਜੋ ਬੇਅਦਬੀਆਂ ਲਗਾਤਾਰ ਹੋ ਰਹੀਆਂ ਨੇ, ਇਹਨਾਂ ਨੂੰ ਰੋਕਣ ਦੇ ਲਈ ਆਪਾਂ ਸਰਕਾਰ ਨੂੰ ਜਾਂ ਸਰੋਤਿਆਂ ਨੂੰ ਕੀ ਉਹ ਕੋਸ਼ਿਸ਼ ਕਰ ਸਕਦੇ ਆ ਵੀ ਕਿੱਦਾਂ ਇਹ ਰੋਕੀ ਜਾ ਸਕਦੀ ਆ? ਇਸ ਬਾਰੇ ਵੀ ਆਪਾਂ ਸਮੇਂ-ਸਮੇਂ ਜਿਹੜੀਆਂ ਸਿੱਖ ਜਥੇਬੰਦੀਆਂ ਹੈਗੀਆਂ, ਖਾਸ ਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਵੀ ਜਿੰਨੀ ਵੀ ਲੋਕਲ ਸਿੰਘ ਸਭਾਵਾਂ, ਗੁਰਦੁਆਰੇ ਦੀ ਕਮੇਟੀਆਂ ਜਾਂ ਜਿੰਨੀਆਂ ਵੀ ਸੰਸਥਾਵਾਂ ਹੈਗੀਆਂ, ਸੁਸਾਇਟੀ ਦੀਆਂ ਜਿਹੜੀਆਂ ਸੰਸਥਾਵਾਂ ਹੈ, ਸਰਕਾਰ ਦੀਆਂ ਏਜੰਸੀਆਂ, ਉਹ ਰਲ ਮਿਲ ਕੇ ਆਪਸ 'ਚ ਜਿਹੜਾ ਕੰਮ ਕਰਨ। ਠੀਕ ਹੈ, ਗੁਰਦੁਆਰੇ ਦੀਆਂ ਕਮੇਟੀਆਂ ਉਹ ਆਪਣਾ ਸੇਵਾਦਾਰ ਹਰ ਟਾਈਮ ਰੱਖਣ। ਇਸ ਤਰ੍ਹਾਂ ਹੀ ਜਿਹੜਾ ਹਰ ਟਾਈਮ CCTV ਦੀ ਸਰਵੇਲੈਂਸ ਹੋਵੇ। ਮਹਾਰਾਜ ਦੀ ਜਿਹੜੀ ਤਾਬਿਆ ਹੈਗੀ ਆ ਉਹ ਕਦੇ ਵੀ ਇੱਦਾਂ ਨਾ ਹੋਵੇ ਵੀ ਕਿ ਇੱਕ ਟਾਈਮ 'ਤੇ ਹਰ ਟਾਈਮ ਮਤਲਬ ਉੱਥੇ ਸੇਵਾਦਾਰ ਹੋਣਾ ਜ਼ਰੂਰੀ ਹੈ। ਅਤੇ ਇਸ ਤਰ੍ਹਾਂ ਦੇ ਕਈ ਮੈਜਰਸ ਜਿਹੜੇ ਆ ਅਡੋਪਟ ਕੀਤੇ ਜਾ ਸਕਦੇ ਆ। ਇਹਦੇ 'ਚ ਸਰਕਾਰਾਂ ਦੀ ਏਜੰਸੀਆਂ ਵੀ ਅਤੇ ਸਮਾਜਿਕ ਜਿਹੜੀ ਜਥੇਬੰਦੀਆਂ ਪਲੱਸ ਧਾਰਮਿਕ ਜਥੇਬੰਦੀਆਂ ਉਹ ਆਪਣਾ ਬਖੂਬੀ ਰੋਲ ਜਿਹੜਾ ਹੈਗਾ ਉਹ ਨਿਭਾ ਸਕਦੀਆਂ। ਅਤੇ ਹੁਣ ਤੱਕ ਸਰਕਾਰਾਂ ਦਾ ਰੋਲ ਕੀ ਰਿਹਾ ਬੇਅਦਬੀਆਂ ਨੂੰ ਰੋਕਣ ਦੇ ਵਿੱਚ? ਇਹ ਆਪਾਂ ਸਪਸ਼ਟ ਜਿਹੇ ਤੌਰ 'ਤੇ ਮੈਨੂੰ ਇਹ ਲੱਗਦਾ ਨਹੀਂ ਕਿ ਕੋਈ ਬਹੁਤ ਪੋਜ਼ੀਟਿਵ ਜੇ ਆਪਾਂ ਗੱਲ ਕਰੀਏ ਕਿ ਵੀ ਸਰਕਾਰਾਂ ਦਾ ਰੋਲ, ਨੋ ਡਾਊਟ ਕਿ ਇੱਕ ਤਾਂ ਅਵੇਅਰਨੈਸ ਸਰਕਾਰਾਂ ਨੂੰ ਕੋਈ ਇੱਦਾਂ ਦੇ ਕੈਂਪੇਨ ਚਲਾਉਣੇ ਚਾਹੀਦੇ ਆ ਪਿੰਡਾਂ 'ਚ, ਤਾਂ ਕਿ ਲੋਕਾਂ ਨੂੰ ਜਿਹੜਾ ਇੱਕ ਦੂਜੇ ਦੇ ਧਰਮ ਦੇ ਪ੍ਰਤੀ ਸੁਹਿਰਦਤਾ ਲਿਆਉਣ ਲਈ ਕਿ ਭਾਵੇਂ ਉਹ ਸਾਂਝੇ ਬਹੁਤ ਧਰਮੀ ਜਿਹੜੀਆਂ ਕਨਵੈਨਸ਼ਨਸ ਕਰਾਉਣ ਅਤੇ ਲੋਕਾਂ 'ਚ ਅਵੇਅਰਨੈਸ ਲੈ ਕੇ ਆਉਣ ਸਰਕਾਰਾਂ। ਅਤੇ ਹੁਣ ਤੱਕ ਜਿਹੜਾ ਹੈਗਾ ਬਹੁਤ ਇੰਪਰੂਵਮੈਂਟ ਦੀ ਜਿਹੜੀ ਲੋੜ ਹੈ, ਪੋਟੈਂਸ਼ੀਅਲ ਹੈਗੀ ਹੈ ਕਈ ਇੱਦਾਂ ਦੀ ਫੀਲਡਸ 'ਚ ਜਿਹੜਾ ਜਾ ਕੇ ਇਹਨਾਂ ਚੀਜ਼ਾਂ ਨੂੰ ਹੋਰ ਬਿਹਤਰ ਕੀਤਾ ਜਾ ਸਕਦਾ। ਇਸ ਪਿੱਛੇ ਕਾਰਨ ਕੀ ਹੈ ਜੋ ਬੇਅਦਬੀਆਂ ਹੁੰਦੀਆਂ ਨੇ, ਕਿਉਂ ਕਰਾਈਆਂ ਜਾ ਰਹੀਆਂ ਨੇ, ਕਿਉਂ ਹੋ ਰਹੀਆਂ ਨੇ? ਇਹਨਾਂ ਦਾ ਬੈਨੀਫਿਸ਼ਰੀ ਕੌਣ ਨੇ ਇਹਨਾਂ ਦੇ? ਇਸ ਬਾਰੇ ਕੋਈ ਹਰਜਿੰਦਰ ਸਿੰਘ ਜੀ, ਜਿਸ ਤਰ੍ਹਾਂ ਆਪਾਂ ਜੇ ਦੇਖੀਏ ਹੁਣ ਮੰਨ ਲਓ ਜੇ ਆਪਾਂ ਇੱਕ ਅੰਦਾਜ਼ਾ ਲਗਾਉਂਦੇ ਹਾਂ ਜਾਂ ਜਿਹੜਾ ਸਮਾਜਿਕ ਅਕਸਰ ਲੋਕ ਧਾਰਾ ਹੁੰਦੀ ਹੈ ਜਦੋਂ ਲੋਕਾਂ 'ਚ ਗੱਲ ਚੱਲਦੀ ਹੈ, ਜਿਵੇਂ ਹੁਣ ਵੀ ਜਿਹੜੀ ਘਟਨਾ ਹੋਈ ਹੈ ਤਾਂ ਇੱਕ ਪਾਸੇ ਜਲੰਧਰ ਦੇ ਜਿਮਨੀ ਚੋਣ ਨੇ, ਦੂਜੇ ਪਾਸੇ ਇੱਦਾਂ ਦੀ ਘਟਨਾਵਾਂ ਸਟੇਟ 'ਚ ਹੋ ਰਹੀਆਂ। ਅਤੇ ਕਿਤੇ ਨਾ ਕਿਤੇ ਜ਼ਰੂਰ ਲੱਗਦਾ ਵੀ ਕੋਈ ਨਾ ਕੋਈ ਧਿਰ ਜਿਹੜੀ ਹੈਗੀ ਹੈ ਵੀ ਉਹ ਇਹਨਾਂ ਚੀਜ਼ਾਂ ਤੋਂ ਬੈਨੀਫਿਟ ਕਰਨ ਦੀ ਕੋਸ਼ਿਸ਼ ਕਰਦੀ ਹੈ। ਸਮਾਜ ਦੀ ਪੋਲਰਾਈਜੇਸ਼ਨ ਜਿਹੜੀ ਹੈਗੀ ਆ ਉਹ ਧਰਮ ਦੇ, ਜਾਤੀ ਦੇ ਆਧਾਰ 'ਤੇ ਜਾਂ ਹੋਰ ਕਈ ਵਰਗਾਂ ਦੇ ਆਧਾਰ 'ਤੇ ਜਿਹੜੀ ਕਰਨ ਦੀ ਜਿਹੜੀਆਂ ਅਕਸਰ ਲੁਕਵੇਂ ਢੰਗ ਨਾਲ ਇਹ ਕੰਮ ਕੀਤੇ ਜਾ ਰਹੇ ਨੇ। ਕਦੇ ਵੀ ਹੁਣ ਤੱਕ ਸਪਸ਼ਟ ਸਰਕਾਰਾਂ ਨੇ ਜਾਂ ਏਜੰਸੀਆਂ ਨੇ ਨਹੀਂ ਕੀਤਾ ਕਿ ਵੀ ਕੌਣ ਲੋਕ ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਉਹ ਕਰ ਰਹੇ ਨੇ, ਲੇਕਿਨ ਇਹਨਾਂ ਦੇ ਪਿੱਛੇ ਜ਼ਰੂਰ ਇੱਕ ਡਿਜ਼ਾਈਨ ਹੈਗਾ ਕਿ ਵੀ ਜਿਸ ਢੰਗ ਨਾਲ ਇਹ ਵਰਤਾਰਾ ਵਾਪਰ ਰਿਹਾ ਅਤੇ ਵੱਧਦਾ ਜਾ ਰਿਹਾ, ਅਤੇ ਸਾਨੂੰ ਲੱਗਦਾ ਹੈ ਕਿ ਜ਼ਰੂਰ ਕੋਈ ਨਾ ਕੋਈ ਮੋਟਿਵ ਹੈਗੇ ਨੇ। ਮੈਨੂੰ ਇਹ ਲੱਗਦਾ ਵੀ ਜਿਹੜੀਆਂ ਸਰਕਾਰ ਦੀਆਂ ਇਨਵੈਸਟੀਗੇਸ਼ਨ ਏਜੰਸੀਆਂ, ਪੁਲਿਸ ਪ੍ਰਸ਼ਾਸਨ ਹੈਗਾ, ਉਹ ਇਹ ਗੱਲ ਹਾਲੇ ਤੱਕ ਉਹਨਾਂ ਨੇ ਸਪਸ਼ਟ ਨਹੀਂ ਕਰੀ ਕਿ ਇਹਨਾਂ ਘਟਨਾਵਾਂ ਦੇ ਪਿੱਛੇ ਕਾਰਨ ਕੀ ਹੈਗਾ। ਮੰਨ ਲਓ ਜੇ ਉਹ ਲੋਕਲ ਬੰਦਾ ਜਿਹਨੇ ਉਹ ਮਰਿੰਡੇ ਦਾ ਹੀ ਕੋਈ ਰਹਿਣ ਵਾਲਾ, ਜਿਹਨੇ ਜੋੜੇ ਲੈ ਕੇ ਅਤੇ ਅੰਦਰ ਗ੍ਰੰਥੀਆਂ ਨਾਲ ਕੁੱਟਮਾਰ ਕੀਤੀ ਅਤੇ ਮਹਾਰਾਜ ਦੇ ਸਰੂਪ ਨਾਲ ਵੀ ਛੇੜਛਾੜ ਕੀਤੀ ਹੈ, ਉਹ ਬੰਦਾ ਹੁਣ ਜੇ ਲੋਕਲ ਹੈਗਾ ਉਹ ਕਿਉਂ ਅੰਦਰ ਵੜਿਆ, ਉਹਨੇ ਕਿਉਂ ਇੱਦਾਂ ਦੀ ਘਟਨਾ ਨੂੰ ਅੰਜਾਮ ਦਿੱਤਾ? ਹਾਲਾਂਕਿ ਉਹ ਹੈ ਸਰਦਾਰ ਹੀ ਹੈ, ਸਿੱਖ ਪਰਿਵਾਰ 'ਚੋਂ ਲੱਗਦਾ ਜੀ, ਪਰ ਇਹ ਕਾਰਨ ਜਿਹੜੇ ਹੈਗੇ ਆ ਸਰਕਾਰ ਨੂੰ ਬਿਲਕੁਲ ਸਪਸ਼ਟ ਲੋਕਾਂ ਦੇ ਸਾਹਮਣੇ ਰੱਖਣੇ ਚਾਹੀਦੇ ਨੇ, ਤਾਂ ਕਿ ਲੋਕਾਂ ਦੇ ਅੰਦਰ ਕਾਰਨ ਦਾ ਪਤਾ ਲੱਗੇ ਵੀ ਉਹਨਾਂ ਦੇ ਜਿਹੜੇ ਮਨਾਂ ਨੂੰ ਕੁਛ ਸ਼ਾਂਤੀ ਪਵੇ। ਇਸੇ ਤਰ੍ਹਾਂ ਜਿਹੜੀ ਫਰੀਦਕੋਟ ਗੋਲੇਵਾਲ ਵਾਲੀ ਜਿਹੜੀ ਘਟਨਾ ਹੈਗੀ ਆ, ਉਹਦੇ 'ਚ ਵੀ ਤੁਸੀਂ ਦੇਖੋਗੇ ਵੀ ਸਾਨੂੰ ਪਤਾ ਲੱਗ ਗਿਆ ਕਿ ਹਾਂ ਵੀ ਇੱਕ ਈਸਾਈ ਪਾਸਟਰ ਜਿਹੜੇ ਆ ਉਹ ਅਰੈਸਟ ਕੀਤੇ ਗਏ ਆ, ਲੇਕਿਨ ਉਹਦੇ ਪਿੱਛੇ ਮਨਸ਼ਾ ਕੀ ਸੀਗੀ? ਉਹਨਾਂ ਨੇ ਇਸ ਤਰ੍ਹਾਂ ਦਾ ਕੰਮ ਕਿਉਂ ਕੀਤਾ? ਕਿਉਂਕਿ 2015 'ਚ ਜਦੋਂ ਬਰਗਾੜੀ 'ਚ ਜਾਂ ਬੁਰਜ ਜਵਾਹਰ ਸਿੰਘ ਵਾਲੇ 'ਚ ਜਦੋਂ ਘਟਨਾਵਾਂ ਹੋਈਆਂ, ਉੱਥੇ ਵੀ ਮਹਾਰਾਜ ਦੇ ਜਿਹੜੇ ਅੰਗ ਉਹ ਖਿਲਾਰੇ ਗਏ ਸੀਗੇ। ਇਹ ਵੀ ਉਸੇ ਤਰ੍ਹਾਂ ਦੀ ਇੱਕ ਘਟਨਾ ਹੈਗੀ ਆ। ਅਤੇ ਉਹਦੇ ਪਿੱਛੇ ਜੇ ਮੰਨ ਲਓ ਉਦੋਂ ਸਾਜ਼ਿਸ਼ ਕਰਤੇ, ਜੇ ਡੇਰਾ ਸੱਚੇ ਸੌਦੇ ਵਾਲੇ ਸੀਗੇ ਜਿਹੜੇ ਉਹਨਾਂ ਨੇ ਆਪਣਾ ਬਦਲਾ ਲੈਣ ਦੇ ਮਨਸ਼ਾ ਨਾਲ ਉਹ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ, ਫਿਰ ਇਹ ਜਿਹੜੇ ਹੁਣ ਜਿਨ੍ਹਾਂ ਨੇ ਪਾਦਰੀਆਂ ਨੇ ਹੁਣ ਆਹ ਕੰਮ ਕੀਤਾ, ਇਹਨਾਂ ਨੇ ਇਹ ਕੰਮ ਕਿਉਂ ਕੀਤਾ? ਇਹਦੇ ਪਿੱਛੇ ਜਿਹੜੀ ਸਰਕਾਰ ਨੂੰ ਬਿਲਕੁਲ ਸਪਸ਼ਟ ਦੱਸਣਾ ਚਾਹੀਦਾ। ਨੋ ਡਾਊਟ ਗਵਰਨਮੈਂਟ ਉਹਨਾਂ ਨੂੰ ਅਰੈਸਟ ਕਰਨ 'ਚ ਕਾਮਯਾਬ ਰਹੀ ਹੈ, ਲੇਕਿਨ ਜਿਹੜੇ ਕਾਰਨ ਹੈ ਵੀ ਇਹਦੇ ਪਿੱਛੇ ਮਨਸ਼ਾ ਕੀ ਹੈ, ਉਹ ਸਪਸ਼ਟ ਸਰਕਾਰ ਨੂੰ ਲੋਕਾਂ ਦੇ ਸਾਹਮਣੇ ਰੱਖਣੀ ਚਾਹੀਦੀ ਹੈ, ਤਾਂ ਕਿ ਪਤਾ ਲੱਗੇ ਵੀ ਇਹ ਘਟਨਾਵਾਂ ਵਾਰ-ਵਾਰ ਕਿਉਂ ਵਾਪਰ ਰਹੀਆਂ।
ਤੇ ਇਹ ਬੇਅਦਬੀਆਂ ਨੂੰ ਲੈ ਕੇ ਐਸਜੀਪੀਸੀ ਵੀ ਆਪਣਾ ਕੋਈ ਯੋਗਦਾਨ ਕਰ ਰਹੀ ਹੈ ਜਾਂ ਕੋਸ਼ਿਸ਼ ਕਰ ਰਹੀ ਹੈ ਬੇਅਦਬੀਆਂ ਨੂੰ ਰੋਕਿਆ ਜਾਵੇ ਜਾਂ ਉਹਨਾਂ ਦੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇ? ਦੇਖੋ, ਸਮੇਂ-ਸਮੇਂ ਐਸਜੀਪੀਸੀ ਦਾ ਜਿਹੜਾ ਕਈ ਵਾਰ ਐਸਜੀਪੀਸੀ ਦੇ ਸਵਾਲ ਵੀ ਉੱਠਦੇ ਨੇ, ਪਰ ਸਮੇਂ-ਸਮੇਂ ਇਹਨਾਂ ਦੀ ਲੀਡਰਸ਼ਿਪ ਵੱਲੋਂ ਜਿਹੜਾ ਲੋਕਾਂ ਨੂੰ ਮਤਲਬ ਪ੍ਰਚਾਰ ਦੇ ਜ਼ਰੀਏ ਜਿਹੜੀਆਂ ਗੁਰਦੁਆਰਾ ਕਮੇਟੀਆਂ ਜਦੋਂ ਵੀ ਕੋਈ ਘਟਨਾ ਹੁੰਦੀ ਹੈ ਇੱਦਾਂ ਦੀ ਬੇਅਦਬੀ ਦੀ, ਤਾਂ ਅਸੀਂ ਦੇਖਦੇ ਹਾਂ ਕਿ ਅਕਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਜਿਹੜੀ ਸਟੇਟਮੈਂਟ ਆਉਂਦੀ ਹੈ, ਅਤੇ ਉਹਦੇ 'ਚੋਂ ਲੋਕਾਂ ਨੂੰ ਕਹਿੰਦੇ ਆ ਕਿ ਵੀ ਤੁਸੀਂ ਆਪਣਾ ਜਿਹੜਾ ਪ੍ਰਬੰਧ ਹੈ ਉਹ ਬਹੁਤ ਇੱਦਾਂ ਦਾ ਰੱਖੋ ਕਿ ਕੋਈ ਵੀ ਵਿਅਕਤੀ ਜਿਹੜਾ ਹੈਗਾ ਉਹ ਅੰਜਾਮ ਇੱਦਾਂ ਦੀ ਘਟਨਾ ਨੂੰ ਨਾ ਦੇ ਸਕੇ। ਉਸ ਤੋਂ ਇਲਾਵਾ ਜਿਹੜਾ ਇਹਨਾਂ ਘਟਨਾਵਾਂ ਦੇ ਬਾਰੇ ਜਿਵੇਂ ਪਿੱਛੇ ਜਿੱਥੇ ਤੱਕ ਮੈਨੂੰ ਪਤਾ ਹੈ ਵੀ ਕੁਝ ਘਟਨਾਵਾਂ ਇੱਦਾਂ ਦੀਆਂ ਹੋਈਆਂ ਜਿਨ੍ਹਾਂ 'ਚ ਸ਼੍ਰੋਮਣੀ ਕਮੇਟੀ ਨੇ ਆਪਣੇ ਵਕੀਲ ਜਾਂ ਆਪਣੀਆਂ ਲੀਗਲ ਸੇਵਾਵਾਂ ਦੇ ਕੇ ਜਿਹੜੇ ਇਹ ਇਨਸ਼ੋਰ ਕੀਤਾ ਵੀ ਦੋਸ਼ੀਆਂ ਨੂੰ ਜਿਹੜੀ ਸਜ਼ਾਵਾਂ ਹੋਣ, ਅਤੇ ਸਾਨੂੰ ਉਮੀਦ ਹੈ ਵੀ ਸ਼ਾਇਦ ਅੱਗੇ ਵੀ ਜਿਹੜੀ ਸਿੱਖ ਸੰਸਥਾ ਹੈਗੀ ਹੈ ਵੀ ਉਹ ਆਪਣੀ ਜ਼ਿੰਮੇਵਾਰੀ ਨਿਭਾਵੇ। ਸੰਸਥਾ 'ਚ ਕੁਝ ਕਮੀਆਂ ਵੀ ਹੈਗੀਆਂ ਅਤੇ ਸਾਨੂੰ ਉਮੀਦ ਹੈ ਵੀ ਉਹ ਵੀ ਜਿਹੜਾ ਸਾਡੇ ਜਿਹੜੇ ਸਿੱਖ ਲੀਡਰਸ਼ਿਪ ਹੈਗੀ ਹੈ ਉਹ ਇਹਨਾਂ ਨੂੰ ਸੁਧਾਰਨ ਵੱਲ ਵਧਣ, ਤਾਂ ਕਿ ਜਿਹੜਾ ਇੱਕ ਸਿੱਖਾਂ ਦੇ ਵਿੱਚ ਜਿਹੜੀ ਇੱਕ ਉਹਨਾਂ ਦੀ ਇਹ ਇੱਕ ਅਹਿਮ ਸੰਸਥਾ ਹੈਗੀ ਆ ਉਹਦੇ ਪ੍ਰਤੀ ਜਿਹੜਾ ਵਿਸ਼ਵਾਸ ਬਣਿਆ ਰਹੇ। ਇੱਕ ਇਹ ਤਾਂ ਰਹੀ ਬੇਅਦਬੀ ਦੀ ਗੱਲ। ਇੱਕ ਜੋ ਹੋਰ ਇੱਕ ਮੁੱਦਾ ਭਖ ਰਿਹਾ ਹੈ ਜੋ ਮਚੂਕਾ ਵਿਖੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਜੋ ਗੁਰਦੁਆਰਾ ਹੈਗਾ ਉਸ ਬਾਰੇ ਵੀ ਸਰੋਤਿਆਂ ਨੂੰ ਆਪਾਂ ਦੱਸਾਂਗੇ ਉਹਦਾ ਜੋ ਮਸਲਾ ਹੈ ਕੀ ਹੈ। ਵੀਰ ਜੀ, ਉਹਦੇ 'ਚ ਇਸ ਤਰ੍ਹਾਂ ਹੈਗਾ ਕਿ ਇਹ ਮੰਨਿਆ ਜਾਂਦਾ ਹੈ ਕਿ 16ਵੀਂ ਸਦੀ 'ਚ ਜਦੋਂ ਗੁਰੂ ਨਾਨਕ ਪਾਤਸ਼ਾਹ ਉਦਾਸੀ ਤਿੱਬਤ ਵੱਲ ਆਪਣੀ ਜਦੋਂ ਫੇਰੀ 'ਚ ਗਏ ਨੇ, ਜਦੋਂ ਉਦਾਸੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਸਿੱਖ ਧਰਮ 'ਚ, ਉਸ ਟਾਈਮ ਉਹ ਤਿੱਬਤ ਵੱਲ ਜਾਂਦੇ ਹੋਏ ਅਰੁਣਾਚਲ ਪ੍ਰਦੇਸ਼ ਇਸ ਟਾਈਮ ਉਹ ਜਗ੍ਹਾ ਹੈਗੀ ਹੈ ਜਿੱਥੇ ਉਹਦਾ ਇੱਕ ਮਚੂਕਾ ਨਾਂ ਦੀ ਇੱਕ ਥਾਂ ਪੈਂਦੀ ਹੈ, ਜਿੱਥੇ ਉਹਨਾਂ ਨੇ ਉੱਥੋਂ ਦੇ ਲੋਕਲ ਲਾਮਿਆਂ ਨਾਲ ਉਸ ਟਾਈਮ ਗੁਰੂ ਨਾਨਕ ਪਾਤਸ਼ਾਹ ਨੇ ਵਿਚਾਰ ਵਟਾਂਦਰੇ ਕੀਤੇ ਆ। ਅਤੇ ਇਹ ਜ਼ਿਕਰ ਆਉਂਦਾ ਵੀ ਭਾਈ ਮਰਦਾਨਾ ਅਤੇ ਭਾਈ ਬਾਲਾ ਜੀ ਜਿਹੜੇ ਹੈਗੇ ਆ ਉਹ ਪਹਿਲੇ ਪਾਤਸ਼ਾਹ ਦੇ ਨਾਲ ਸੀਗੇ। ਅਤੇ ਉਹ ਜਿਹੜਾ ਗੁਰਦੁਆਰਾ ਸਾਹਿਬ ਕਾਫੀ ਸਮੇਂ ਬਾਅਦ ਜਿਹੜਾ ਸਾਹਮਣੇ ਆਇਆ, ਉੱਥੇ ਜਦੋਂ ਪਤਾ ਲੱਗਾ ਕਿ ਇੱਕ ਸਾਡੇ ਸਾਬਕਾ ਇੰਡੀਅਨ ਆਰਮੀ ਦੇ ਕਰਨਲ ਹੈਗੇ ਨੇ, ਕਰਨਲ ਦਲਵਿੰਦਰ ਸਿੰਘ ਗਰੇਵਾਲ, ਇਹ ਜਦੋਂ ਉੱਥੇ ਸਿੱਖ ਰੈਜੀਮੈਂਟ ਮਤਲਬ ਚੀਨ ਬਾਰਡਰ ਦੇ ਨਾਲ ਇਹ ਬਿਲਕੁਲ ਏਰੀਆ ਪੈਂਦਾ, ਉੱਥੇ ਜਦੋਂ ਸਿੱਖ ਰੈਜੀਮੈਂਟ ਸੀਗੀ ਤਾਂ ਉਸ ਟਾਈਮ ਇਹ 1987 ਦੇ ਨੇੜੇ ਤੇੜੇ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਸੀਗਾ। ਉਸ ਤੋਂ ਪਹਿਲਾਂ ਉੱਥੇ ਕੁਛ ਨਹੀਂ ਸੀਗਾ। ਉੱਥੇ ਦੱਸਿਆ ਜਾਂਦਾ ਕਿ ਵੀ ਇੱਕ ਬਹੁਤ ਵੱਡਾ ਪੱਥਰ ਹੈਗਾ, ਜਦੋਂ ਮਹਾਰਾਜ ਉੱਥੇ ਤਪ ਕਰ ਰਹੇ ਸੀਗੇ ਤਾਂ ਕਿਸੇ ਨੇ ਮਹਾਰਾਜ ਦੇ ਉੱਤੇ ਇੱਥੇ ਸ਼ਰਾਰਤ ਕੀਤੀ ਤਾਂ ਉਹ ਪੱਥਰ ਸੁੱਟਿਆ ਸੀਗਾ, ਅਤੇ ਉਹ ਪੱਥਰ ਦੇ ਅੰਦਰਲੇ ਪਾਸੇ ਜਿਹੜੇ ਅੱਜ ਵੀ ਉਹ 3 ਜਣਿਆਂ ਦੇ ਜਿਹੜੇ ਦਸਤਾਰ ਦੇ ਅਤੇ ਸਿਰ ਦੇ ਨਿਸ਼ਾਨ ਬਣੇ ਹੋਏ ਆ ਉਵੇਂ ਹੀ ਹੈਗੇ ਆ। ਅਤੇ ਇਹ ਮੰਨਿਆ ਜਾਂਦਾ ਵੀ ਉੱਥੇ ਗੁਰੂ ਨਾਨਕ ਪਾਤਸ਼ਾਹ ਨੇ ਤਪ ਕੀਤਾ, ਅਤੇ ਨਾਲ ਹੀ ਉੱਥੇ ਇੱਕ ਜਲ ਦਾ ਸਰੋਤ ਹੈਗਾ ਜਿੱਥੇ ਉਹਨਾਂ ਨੇ ਇਸ਼ਨਾਨ ਵੀ ਕੀਤਾ। ਅਤੇ ਉਹ ਜਿਹੜਾ ਇਸ ਕਰਕੇ ਉਹ ਇਤਿਹਾਸਕ ਸਥਾਨ ਸਿੱਖਾਂ ਨੇ ਉੱਥੇ 1987 'ਚ ਫੌਜ ਦੀ ਭਾਰਤੀ ਫੌਜ ਦੀ ਮਦਦ ਦੇ ਨਾਲ ਜਿਹੜਾ ਗੁਰਦੁਆਰਾ ਸਾਹਿਬ ਬਣਾਇਆ ਸੀਗਾ, ਜਿਹੜਾ ਕਿ ਬੀਤੇ ਦਿਨੀ ਜਿਹੜਾ ਇਹ ਮਾਮਲਾ ਧਿਆਨ 'ਚ ਆਇਆ, ਜਿਹੜੇ ਅਰੁਣਾਚਲ ਪ੍ਰਦੇਸ਼ ਦੇ ਜਿਹੜੇ ਮੁੱਖ ਮੰਤਰੀ ਹੈਗੇ ਆ, ਪੇਮਾ ਖਾਂਡੂ ਉਹਨਾਂ ਦਾ ਨਾਮ ਹੈਗਾ, ਉਹਨਾਂ ਨੇ 8 ਅਪ੍ਰੈਲ ਨੂੰ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਉੱਥੋਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ, ਜਿਹਦੇ 'ਚ ਇਹ ਸਾਹਮਣੇ ਨਜ਼ਰ ਆਇਆ ਕਿ ਜਿਹੜਾ ਉਹ ਅਸਥਾਨ ਗੁਰਦੁਆਰਾ ਸਾਹਿਬ ਜਿਹੜਾ ਸਿੱਖਾਂ ਨੇ ਬਣਾਇਆ ਸੀਗਾ, ਜਿੱਥੇ ਮਹਾਰਾਜ ਦਾ ਪ੍ਰਕਾਸ਼ ਵੀ ਹੁੰਦਾ ਰਿਹਾ, ਉਹਨੂੰ ਜਿਹੜਾ ਹੈਗਾ ਉਹ ਬੌਧ ਧਰਮ ਦੇ ਜਿਹੜਾ ਅਸਥਾਨ 'ਚ ਕਨਵਰਟ ਕਰ ਦਿੱਤਾ ਗਿਆ, ਤਬਦੀਲ ਕਰਤਾ। ਇੱਥੇ ਅਸੀਂ ਸਰੋਤਿਆਂ ਨੂੰ ਇੱਕ ਬੇਨਤੀ ਕਰਨਾ ਚਾਹਾਂਗੇ ਕਿ ਅਸੀਂ ਸਾਡੀ ਮਨਸ਼ਾ ਕਿਤੇ ਵੀ ਜਿਹੜਾ ਬੌਧ ਧਰਮ ਦੇ ਖਿਲਾਫ ਨਹੀਂ ਹੈਗੀ, ਲੇਕਿਨ ਜਿਹੜੀ ਸੰਵਿਧਾਨ ਦੀ ਜਿਹੜੀ ਆਰਟੀਕਲ 25B ਜਿਹੜਾ ਆਇਆ 25 ਜਿਹੜਾ ਸੰਵਿਧਾਨ ਦਾ ਧਾਰਾ ਹੈਗੀ ਆ, ਆਰਟੀਕਲ ਸਾਡਾ ਹੈਗਾ, ਉਹ ਕਿਸੇ ਵੀ ਧਰਮ ਦੇ ਨੂੰ ਦੂਜੇ ਧਰਮ ਦੇ ਵਿਸ਼ਵਾਸ ਨਾਲ ਜਾਂ ਉਹਨਾਂ ਦੇ ਧਰਮ ਸਥਾਨ ਨਾਲ ਕੋਈ ਛੇੜਛਾੜ ਕਰਨ ਦੀ ਜਿਹੜੀ ਮਨਜ਼ੂਰੀ ਨਹੀਂ ਦਿੰਦਾ। ਇਹ ਸੰਵਿਧਾਨ ਦੀ ਵੱਡੀ ਉਲੰਘਣਾ ਹੈਗੀ ਆ। ਅਤੇ ਜਦੋਂ ਇੱਕ ਸਟੇਟ ਦੇ ਚੀਫ ਮਿਨਿਸਟਰ ਨੇ ਉੱਥੇ ਜਾ ਕੇ ਉਸ ਮਸਲੇ ਨੂੰ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਅਤੇ ਉਹਨੂੰ ਇਸ ਤਰ੍ਹਾਂ ਪ੍ਰਚਾਰਿਆ ਕਿ ਵੀ ਇੱਥੇ ਬੋਧੀ ਗੁਰੂ ਪਦਮ ਸੰਭਵਾ ਜਿਹੜਾ ਹੈਗਾ ਉਹ ਆਏ ਸੀਗੇ, ਉਹਨਾਂ ਨੇ ਇੱਥੇ ਤਪ ਕੀਤਾ, ਠੀਕ ਹੈ। ਉਹ ਫਿਰ ਜਿਹੜੀ ਹੌਲੀ ਹੌਲੀ ਸਿੱਖਾਂ ਦੇ ਧਿਆਨ 'ਚ ਆਈ ਗੱਲ, ਅਤੇ
ਇਹਦਾ ਜਿਹੜਾ ਨੋਟਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਲਿਆ, ਜਿਨ੍ਹਾਂ ਨੇ ਸਾਡੀ ਕਰਨਲ ਦਲਵਿੰਦਰ ਸਿੰਘ ਗਰੇਵਾਲ ਨਾਲ ਗੱਲ ਹੋਈ ਹੈ। ਉਹਨਾਂ ਨੇ ਸਾਨੂੰ ਦੱਸਿਆ ਕਿ ਵੀ ਬੀਤੇ ਸਮੇਂ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਡੈਜ਼ਿਗਨੇਟ ਕਰਕੇ ਅਥਾਰਟੀ ਜਿਹੜੀ ਹੈਗੀ ਹੈ ਉੱਥੇ ਦੇ ਕੁਝ ਲੋਕਲ ਨੁਮਾਇੰਦਿਆਂ ਨੂੰ ਅਤੇ ਫੌਜ ਦੇ ਕੁਝ ਅਧਿਕਾਰੀਆਂ ਨੂੰ ਉਹ ਸਾਰੇ ਗੁਰਦੁਆਰੇ ਦੇ ਪ੍ਰਬੰਧ ਬਾਰੇ ਦਿੱਤੀ ਗਈ ਸੀ। ਉਹਦਾ ਇੱਕ ਲੈਟਰ ਵੀ SGPC ਵੱਲੋਂ ਜਿਹੜਾ ਉੱਧਰ ਜਾਰੀ ਕੀਤਾ ਗਿਆ ਸੀ। ਅਤੇ ਇਸ ਦਾ ਮਤਲਬ ਇਹ ਹੈ ਕਿ ਇਹ ਸ਼ਰਾਰਤਾਂ ਜਾਣ-ਬੁੱਝ ਕੇ ਸਿੱਖਾਂ ਨੂੰ ਵੱਖ-ਵੱਖ ਮਸਲੇ ਉਲਝਾਉਣ ਲਈ ਜਿਹੜੀ ਕੀਤੀਆਂ ਜਾ ਰਹੀਆਂ। ਸਿੱਖਾਂ ਦੇ ਆਲਰੇਡੀ ਕਈ ਜਿਹੜੇ ਗੁਰੂ ਘਰ ਹੈਗੇ ਆ ਗੁਰੂ ਨਾਨਕ ਪਾਤਸ਼ਾਹ ਨਾਲ ਸੰਬੰਧਿਤ, ਜੇ ਆਪਾਂ ਗੱਲ ਕਰੀਏ ਸਿੱਕਿਮ 'ਚ ਇੱਕ ਗੁਰਦੁਆਰਾ ਗੁਰੂ ਡੋਂਗਮਾਰ ਹੈਗਾ, ਉਹਦਾ ਇੱਕ ਵਿਵਾਦ ਚੱਲ ਰਿਹਾ। ਜੇ ਹਰਿਦੁਆਰ ਦੀ ਗੱਲ ਕਰੀਏ ਗੁਰਦੁਆਰਾ ਹਰ ਕੀ ਪੌੜੀ ਹੈਗਾ, ਉਹਦਾ ਵਿਵਾਦ ਚੱਲ ਰਿਹਾ। ਇਸੇ ਤਰ੍ਹਾਂ ਜਗਨਨਾਥਪੁਰੀ, ਮੰਗੂ ਮੱਠ ਅਤੇ ਹੋਰ ਕਈ ਸਥਾਨ ਜਿਹੜੇ ਖਾਸ ਕਰ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸੰਬੰਧਿਤ ਹੈਗੇ ਆ, ਉਹਦਾ ਇਸ ਤਰ੍ਹਾਂ ਦਾ ਵਿਵਾਦ ਜਾਣ-ਬੁੱਝ ਕੇ ਸਾਨੂੰ ਲੱਗਦਾ ਵੀ ਇਹ ਬਣਾਇਆ ਜਾ ਰਿਹਾ ਤਾਂ ਕਿ ਸਿੱਖਾਂ ਨੂੰ ਇਸ ਤਰ੍ਹਾਂ ਦੇ ਮਸਲਿਆਂ 'ਚ ਉਲਝਾ ਕੇ ਰੱਖਿਆ ਜਾਵੇ। ਅਤੇ ਹੁਣ ਇਸ ਮਸਲੇ 'ਚ ਜਿਹੜੀ ਚੰਗੀ ਗੱਲ ਇਹ ਹੈਗੀ ਹੈ ਕਿ ਸ਼੍ਰੋਮਣੀ ਕਮੇਟੀ ਨੇ ਇਹਦਾ ਇੱਕ ਨੋਟਿਸ ਲੈ ਕੇ ਭਾਰਤ ਸਰਕਾਰ ਨੂੰ, ਮੁੱਖ ਮੰਤਰੀ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਹੈਗੇ ਆ, ਦੇਸ਼ ਦੇ ਰਾਸ਼ਟਰਪਤੀ ਨੂੰ, ਪ੍ਰਧਾਨ ਮੰਤਰੀ ਨੂੰ ਅਤੇ ਗ੍ਰਹਿ ਮੰਤਰੀ ਨੂੰ ਜਿਹੜਾ ਹੈਗਾ ਉਹ ਕਿਹਾ ਕਿ ਵੀ ਤੁਸੀਂ ਇਸ ਮਸਲੇ 'ਤੇ ਹੱਲ ਵਾਸਤੇ ਕਾਰਵਾਈ ਕਰੋ। ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਜਿਹੜਾ ਹੈਗਾ ਅਤੇ ਉਹਦੇ ਚੇਅਰਪਰਸਨ ਸਰਦਾਰ ਇਕਬਾਲ ਸਿੰਘ ਲਾਲਪੁਰਾ, ਉਹਨਾਂ ਨੂੰ ਵੀ ਕਿਹਾ। ਅਤੇ ਮੈਨੂੰ ਲੱਗਦਾ ਵੀ ਇਹ ਮਸਲਾ ਜਿਹੜਾ ਹੈਗਾ ਉਸ ਤੋਂ ਬਾਅਦ ਖਬਰ ਇਹ ਵੀ ਆਈ ਹੈ ਕਿ ਵੀ ਇਕਬਾਲ ਸਿੰਘ ਲਾਲਪੁਰੇ ਨੇ ਜਿਹੜੇ ਅਰੁਣਾਚਲ ਪ੍ਰਦੇਸ਼ ਦੇ ਚੀਫ ਸੈਕਟਰੀ ਹੈਗੇ ਆ, ਉਹਨਾਂ ਤੋਂ ਇਸ ਮਾਮਲੇ 'ਤੇ ਪੂਰੀ ਰਿਪੋਰਟ ਵੀ ਮੰਗੀ ਹੈ। ਅਤੇ ਇਸੇ ਤਰ੍ਹਾਂ ਇੱਕ ਹੋਰ ਚੰਗੀ ਗੱਲ ਇਹ ਹੈ ਕਿ ਵੀ ਸ਼੍ਰੋਮਣੀ ਕਮੇਟੀ ਨੇ ਇਸ ਮਸਲੇ ਦੇ ਹੱਲ ਲਈ ਇੱਕ ਉੱਚ ਪੱਧਰੀ ਵਫਦ ਜਿਹੜਾ ਹੈਗਾ ਉਹ ਵੀ ਅਰੁਣਾਚਲ ਪ੍ਰਦੇਸ਼ ਭੇਜਣ ਦਾ ਫੈਸਲਾ ਕਰਿਆ, ਜਿਹਦੇ 'ਚ ਉਹਨਾਂ ਨੇ SGPC ਨੇ ਆਪਣਾ ਜਨਰਲ ਸੈਕਟਰੀ ਸਰਦਾਰ ਗੁਰਚਰਨ ਸਿੰਘ ਗਰੇਵਾਲ, ਇਸ ਤਰ੍ਹਾਂ ਉਹਨਾਂ ਦੇ ਇੱਕ ਲੀਗਲ ਐਕਸਪਰਟ ਹੈਗੇ ਆ, ਮੈਂਬਰ ਵੀ ਹੈਗੇ ਆ SGPC ਦੇ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਅਤੇ ਜਿਹੜੇ ਕਰਨਲ ਮੈਂ ਜਿਨ੍ਹਾਂ ਨੂੰ ਦੱਸ ਰਿਹਾ ਜਿਨ੍ਹਾਂ ਨੇ ਉਹ ਗੁਰਦੁਆਰਾ ਸਾਹਿਬ ਇਸਟੈਬਲਿਸ਼ ਕੀਤਾ ਸੀ, ਉਹ ਕਰਨਲ ਦਲਵਿੰਦਰ ਸਿੰਘ ਗਰੇਵਾਲ। ਅਤੇ ਇਸੇ ਤਰ੍ਹਾਂ ਇੱਕ SGPC ਨੇ ਆਪਣੇ ਸੈਕਟਰੀ ਵੀ ਇੱਥੋਂ ਨਾਲ ਉਹਨਾਂ ਨੂੰ ਐਜ਼ ਅ ਕੋਆਰਡੀਨੇਟਰ ਆਫਿਸਰ ਭੇਜਿਆ। ਅਤੇ ਉਹ ਮੈਨੂੰ ਲੱਗਦਾ ਜਲਦੀ ਉਹ ਵੀ ਵਫਦ ਜਿਹੜਾ ਉੱਥੇ ਜਾਏਗਾ ਅਤੇ ਉਹਨਾਂ ਦੇ ਸਰਕਾਰ ਨਾਲ ਗੱਲ ਕਰੂਗਾ। ਅਤੇ ਇਹ ਸੰਵੇਦਨਸ਼ੀਲ ਮੁੱਦੇ ਹੈਗੇ ਆ ਅਤੇ ਸਾਨੂੰ ਲੱਗਦਾ ਵੀ ਇਹ ਸਰਕਾਰਾਂ ਨੂੰ ਇਸ ਤਰ੍ਹਾਂ ਦੇ ਮੁੱਦੇ ਬਾਰ-ਬਾਰ ਨਹੀਂ ਛੇੜਨੇ ਚਾਹੀਦੇ ਕਿ ਕਿਸੇ ਵੀ ਧਰਮ ਸਥਾਨ ਦੇ। ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਇਸੇ ਤਰ੍ਹਾਂ ਦਾ ਇੱਕ ਮਸਲਾ ਬੀਤੇ ਸਮੇਂ ਧਿਆਨ 'ਚ ਆਇਆ ਸੀਗਾ ਜਦੋਂ ਜਿਹੜੀ ਸਾਡੇ ਭਾਰਤ ਦੀ ਫਾਈਨੈਂਸ ਮਿਨਿਸਟਰ ਹੈਗੇ ਨੇ ਨਿਰਮਲਾ ਸੀਤਾਰਮਨ ਜੀ, ਉਹ ਬੀਤੇ ਸਮੇਂ ਹਾਲ ਹੀ ਵਿੱਚ 1-1.5 ਮਹੀਨੇ ਪਹਿਲੇ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਉਹ ਗੁਰਦੁਆਰਾ ਜਿਹੜਾ ਡੋਂਗਮਾਰ ਹੈਗਾ, ਹਾਲਾਂਕਿ ਉੱਥੇ ਹੁਣ ਗੁਰਦੁਆਰਾ ਨਹੀਂ ਰਿਹਾ, ਉੱਥੇ ਬੋਧੀਆਂ ਨੇ ਉੱਥੇ ਵੀ ਕਬਜ਼ਾ ਕਰਕੇ ਜਿਹੜਾ ਉਹਨੂੰ ਆਪਣਾ ਬੋਧੀ ਅਸਥਾਨ ਦੇ ਵਜੋਂ ਕਨਵਰਟ ਕਰ ਲਿਆ। ਉੱਥੇ ਵੀ ਕਾਫੀ ਵਿਵਾਦ ਚੱਲਿਆ ਸੀਗਾ। ਉਹਦਾ ਜਿਹੜਾ ਕੇਸ ਹੈਗਾ ਉਹ ਕੋਰਟ 'ਚ ਚੱਲ ਰਿਹਾ, ਉੱਥੋਂ ਦੀ ਕੋਰਟ 'ਚ ਚੱਲ ਰਿਹਾ ਅਤੇ ਸ਼੍ਰੋਮਣੀ ਕਮੇਟੀ ਉਹ ਕੇਸ ਲੜ ਵੀ ਰਹੀ ਹੈ। ਅਤੇ ਉੱਥੇ ਕੀ ਹੋਇਆ, ਜਦੋਂ ਨਿਰਮਲਾ ਸੀਤਾਰਮਨ ਡੋਂਗਮਾਰ ਗਏ, ਉਹਨਾਂ ਨੇ ਵੀ ਸੇਮ ਜੋ ਗੱਲ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕੀਤੀ ਹੈ, ਪੇਮਾ ਖਾਂਡੂ ਨੇ, ਉਹਨਾਂ ਨੇ ਵੀ ਉਹੀ ਜਿਹੜੀ ਸੇਮ ਗੱਲ ਉੱਦਾਂ ਦਾ ਇੱਕ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਵੀ ਇਹ ਜਿਹੜਾ ਸਥਾਨ ਹੈਗਾ ਇੱਥੇ ਬੋਧੀ ਜਿਹੜਾ ਬੋਧੀ ਗੁਰੂ ਹੈਗੇ ਆ, ਸਤਿਕਾਰਤ ਹੈਗੇ ਆ, ਪਦਮ ਸੰਭਵਾ ਜੋ ਵੀ ਉਹਨਾਂ ਕਿ ਵੀ ਉਹ ਇੱਥੇ ਆਏ ਸੀਗੇ, ਉਹਨਾਂ ਦੇ ਨਾਲ ਸੰਬੰਧਿਤ ਇਹ ਸਥਾਨ ਹੈਗਾ। ਫਿਰ ਸ਼੍ਰੋਮਣੀ ਕਮੇਟੀ ਨੇ ਉਹਦਾ ਕੋਗਨੀਜੈਂਸ ਲਿਆ, ਸਟੇਟਮੈਂਟ ਜਾਰੀ ਕੀਤੀ ਉਹਦੇ ਖਿਲਾਫ। ਅਤੇ ਫਿਰ ਉਹ ਜਿਹੜਾ ਨਿਰਮਲਾ ਸੀਤਾਰਮਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੋਂ ਉਹ ਮਾਮਲਾ ਡਿਲੀਟ ਕਰਿਆ ਕਿ ਕਿਉਂਕਿ ਉਹ ਮੈਟਰ ਸਬਜੁਡਿਸ ਹੈਗਾ, ਆਲਰੇਡੀ ਕੋਰਟ 'ਚ ਜਦੋਂ ਉਹਦਾ ਵਿਵਾਦ ਚੱਲ ਰਿਹਾ। ਅਤੇ ਇਸ ਤਰ੍ਹਾਂ ਇੱਕ ਦੇਸ਼ ਦੇ ਉੱਚ ਪੱਧਰੀ ਜਿਹੜੇ ਮੰਤਰੀ ਹੈਗੇ ਆ, ਉਹਨਾਂ ਨੂੰ ਇਸ ਤਰ੍ਹਾਂ ਕਿਸੇ ਇੱਕ ਧਿਰ ਦੇ ਹੱਕ ਦੀ ਗੱਲ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਸੀ। ਇਹੀ ਕੰਮ ਜਿਹੜਾ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਵੀ ਹੈਗਾ, ਉਹ ਵੀ ਇੱਕ ਸੰਵਿਧਾਨਕ ਅਹੁਦੇ 'ਤੇ ਬੈਠੇ ਆ, ਉਹ ਮੁੱਖ ਮੰਤਰੀ ਇਕੱਲੇ ਬੋਧੀਆਂ ਦੇ ਨਹੀਂ। ਜੇ ਮੰਨ ਲਓ ਅਰੁਣਾਚਲ ਪ੍ਰਦੇਸ਼ ਦੇ ਵਿੱਚ ਸਿੱਖ ਰਹਿੰਦੇ ਨੇ, ਹਿੰਦੂ ਰਹਿੰਦੇ ਨੇ ਜਾਂ ਕੋਈ ਹੋਰ ਫਿਰਕੇ ਦੇ ਲੋਕ ਵੀ ਰਹਿੰਦੇ ਨੇ, ਉਹਨਾਂ ਦੇ ਵੀ ਮੁੱਖ ਮੰਤਰੀ ਉਨੇ ਹੀ ਹੈਗੇ ਆ। ਅਤੇ ਉਹਨਾਂ ਨੂੰ ਵੀ ਜਿਹੜਾ ਇੱਕ ਸਾਈਡ ਹੋ ਕੇ ਜਾਂ ਇੱਕ ਪਾਸੜ ਜਿਹੜੀ ਸਟੇਟਮੈਂਟ ਉਹ ਨਹੀਂ ਕਰਨੀ ਚਾਹੀਦੀ। ਅਤੇ ਸਾਨੂੰ ਲੱਗਦਾ ਵੀ ਇਹ ਵੀ ਮਸਲਾ ਜਾਣ-ਬੁੱਝ ਕੇ ਉਲਝਾਇਆ ਗਿਆ ਅਤੇ ਉਮੀਦ ਕਰਦੇ ਹਾਂ ਵੀ ਇਹਦੇ 'ਚ ਵੀ ਆਉਣ ਵਾਲੇ ਸਮੇਂ 'ਚ ਜਿਹੜਾ ਹੱਲ ਉਹ ਕੋਈ ਨਾ ਕੋਈ ਨਿਕਲੇਗਾ ਜ਼ਰੂਰ ਜੀ। ਜੋ ਇਸ ਮਸਲੇ ਦਾ ਵਿੱਚ ਗੁਰਦੁਆਰਾ ਆਪਣਾ
ਬੌਧ ਧਰਮ ਦੇ ਵਿੱਚ ਤਬਦੀਲ ਕਰਨ ਇਸ ਦੇ ਮਾਸਟਰਮਾਈਂਡ ਕੌਣ ਹੈ? ਜਿਹੜੀ ਹੁਣ ਤੱਕ ਸਾਨੂੰ ਗੱਲ ਜਿਹੜੀ ਪਤਾ ਲੱਗੀ ਆ ਉਹ ਇਹ ਹੈਗੀ ਹੈ ਕਿ ਵੀ ਉੱਥੇ ਲੋਕਲ MLA ਹੈਗੇ ਨੇ ਇੱਕ ਜਿਹੜੇ ਇੱਕ ਗੱਲ ਮੈਂ ਹੋਰ ਸਪਸ਼ਟ ਕਰ ਦਿਆਂ ਕਿ ਅਰੁਣਾਚਲ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈਗੀ ਹੈ ਅਤੇ ਉੱਥੇ ਜਿਹੜੇ ਲੋਕਲ MLA ਉਹ ਵੀ ਕੋਈ ਭਾਜਪਾ ਦੇ MLA ਦੱਸੇ ਜਾਂਦੇ ਨੇ ਜਿਨ੍ਹਾਂ ਵੱਲੋਂ ਇਹ ਕੋਸ਼ਿਸ਼ ਜਿਹੜੀ ਹੈਗੀ ਬੀਤੇ ਸਮੇਂ ਤੋਂ ਕੀਤੀ ਜਾ ਰਹੀ ਸੀ। ਕਿਉਂਕਿ ਜਿਸ ਤਰ੍ਹਾਂ ਸਾਨੂੰ ਮੈਂ ਕਦੇ ਉੱਥੇ ਗਿਆ ਨਹੀਂ ਮਤਲਬ ਬਟ ਜੋ ਗੱਲ ਸਾਨੂੰ ਕਰਨਲ ਦਲਵਿੰਦਰ ਸਿੰਘ ਗਰੇਵਾਲ ਜੀ ਨੇ ਦੱਸੀ ਹੈ ਕਿਉਂਕਿ ਉਹ ਲੋਕਲ ਲਗਾਤਾਰ ਉੱਥੇ ਦੀ ਕਮੇਟੀ ਦੇ ਨਾਲ ਟੱਚ 'ਚ ਰਹਿੰਦੇ ਸੀਗੇ। ਉਹਨਾਂ ਨੇ ਕਿਸੇ ਨੂੰ ਸੇਵਾ ਸੰਭਾਲੀ ਸੀ ਅਤੇ ਉਹਨਾਂ ਦੇ ਨਾਲ ਉੱਥੇ ਟੱਚ 'ਚ ਗੱਲਬਾਤ ਕਿਉਂਕਿ ਉਹਨਾਂ ਨੇ ਉੱਥੇ ਲੰਮੇ ਸਮੇਂ ਸੇਵਾਵਾਂ ਵੀ ਕੀਤੀਆਂ ਭਾਰਤੀ ਫੌਜ ਦੇ ਅੰਦਰ ਅਤੇ ਉਹ ਤੋਂ ਇਹੀ ਪਤਾ ਲੱਗਾ ਕਿ ਵੀ ਲੋਕਲ MLA ਜਿਹੜੇ ਉੱਥੇ ਦੇ ਹੈਗੇ ਆ ਉਹਨਾਂ ਵੱਲੋਂ ਕੁਛ ਇਸ ਤਰ੍ਹਾਂ ਦੀ ਗੱਲ ਕੀਤੀ ਗਈ ਹੈ। ਹਾਲਾਂਕਿ ਉਹ ਹਾਲੇ ਜਾਂਚ ਦਾ ਵਿਸ਼ੇ ਹੈ। ਹੁਣ SGPC ਦਾ ਵਫਦ ਵੀ ਉੱਥੇ ਜਾ ਰਿਹਾ, ਉੱਥੇ ਸਰਕਾਰ ਨਾਲ ਗੱਲਬਾਤ ਕਰਕੇ ਕੀ ਉਹਦਾ ਜਿਹੜਾ ਸਿੱਟਾ ਨਿਕਲਦਾ ਉਹ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਉੱਥੇ ਵੀ ਇਹ ਵੀ ਪਤਾ ਲੱਗਦਾ ਕਿ ਉੱਥੇ ਸ਼ਾਇਦ 2 ਗੁਰਦੁਆਰਾ ਸਾਹਿਬ ਹੈਗੇ ਆ ਉਸੇ ਇੱਕ ਸਥਾਨ ਦੇ ਨਾਲ ਸੰਬੰਧਿਤ। ਇੱਕ ਜਿਹੜਾ ਉਹ ਸਥਾਨ ਜਿੱਥੇ ਤਪ ਕੀਤਾ ਗਿਆ ਜਿੱਥੇ ਉਹ ਪੱਥਰ ਦੇ ਨਿਸ਼ਾਨ ਹੈਗੇ ਨੇ ਅਤੇ ਦੂਜਾ ਇੱਕ ਉੱਥੇ ਸ਼ਾਇਦ ਉਹ ਗੁਰੂ ਘਰ ਹੈ ਜਿੱਥੇ ਮਹਾਰਾਜ ਨੇ ਇਸ਼ਨਾਨ ਕੀਤਾ। ਉਹ ਥੋੜ੍ਹੇ ਫਰਕ ਤਾਂ ਹੈਗੇ ਆ, ਮੈਂ ਕਦੇ ਗਿਆ ਨਹੀਂ ਬਟ ਜੋ ਮੈਂ ਸਟੱਡੀ ਕੀਤਾ ਉਹ ਤੋਂ ਸਾਨੂੰ ਪਤਾ ਲੱਗਿਆ। ਅਤੇ ਹੁਣ ਦੇਖਦੇ ਹਾਂ ਇਹਦੇ 'ਚ ਕੀ ਨਿਕਲਦਾ। ਫਿਲਹਾਲ ਮਤਲਬ ਇਹ ਕਹਿਣਾ ਕਿ ਵੀ ਐਕਚੁਅਲ 'ਚ ਮਾਸਟਰਮਾਈਂਡ ਕੌਣ ਹੈ ਉਹ ਬਹੁਤ ਮੁਸ਼ਕਿਲ ਹੋਏਗਾ ਕਿਉਂਕਿ ਤੱਥ ਜਿਹੜੇ ਹੈਗੇ ਆ ਉਹ ਹਲੇ ਸਮੇਂ ਨਾਲ ਸਾਹਮਣੇ ਆਉਣਗੇ। ਜੀ ਇਸ ਪਿੱਛੇ ਕੋਈ ਏਜੰਸੀਆਂ ਦਾ ਹੱਥ ਵੀ ਲੱਗ ਰਿਹਾ ਤੁਹਾਨੂੰ? ਨਹੀਂ, ਜਦੋਂ ਤੱਕ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਜਦੋਂ ਤੱਕ ਸਾਡੇ ਹੱਥ 'ਚ ਕੋਈ ਤੱਥ ਨਾ ਹੋਵੇ ਅਸੀਂ ਕਿਸੇ 'ਤੇ ਵੀ ਇਸ ਤਰ੍ਹਾਂ ਦੀ ਐਲੀਗੇਸ਼ਨ ਨਹੀਂ ਲਾਉਣੀ ਚਾਹੀਦੀ ਕਿਉਂਕਿ ਇਹ ਸੰਵੇਦਨਸ਼ੀਲ ਮੁੱਦਾ ਹੈਗਾ। ਅਤੇ ਜ਼ਰੂਰ ਮੈਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਗੱਲਾਂ ਸਪਸ਼ਟ ਹੋਣਗੀਆਂ। ਜੇ ਜੋ ਵੀ ਜਾਣਕਾਰੀ ਸਾਡੇ ਕੋਲ ਆਊਗੀ ਅਸੀਂ ਫਿਰ ਦੁਬਾਰਾ ਮੈਨੂੰ ਲੱਗਦਾ ਵੀ ਸੰਗਤ ਨਾਲ ਦੁਬਾਰਾ ਸਾਂਝੀ ਕਰਾਂਗੇ ਜ਼ਰੂਰ। ਠੀਕ ਹੈ ਜੀ। ਹੋਰ ਸਰੋਤਿਆਂ ਨੂੰ ਕੀ ਜਾਣਕਾਰੀ ਦੇਣੀ ਚਾਹੂੰ, ਕੀ ਦੱਸਣਾ ਸਰੋਤਿਆਂ ਨੂੰ ਮਤਲਬ ਮੇਰੀ ਬੇਨਤੀ ਇਹੀ ਹੈ ਕਿ ਵੀ ਇੱਕ ਤਾਂ ਜਿਸ ਤਰ੍ਹਾਂ ਹੁਣ ਪੰਜਾਬ ਦੇ ਅੰਦਰ ਜੋ ਮਰਿੰਡੇ ਵਾਲੀ ਜਿਹੜੀ ਘਟਨਾ ਵਾਪਰੀ ਹੈ ਉਹ ਬਹੁਤ ਹੀ ਮੰਦਭਾਗੀ ਹੈਗੀ ਹੈ ਅਤੇ ਇੱਕ ਸਾਡੀ ਵਿਸ਼ੇਸ਼ ਅਪੀਲ ਇਹ ਹੈਗੀ ਹੈ ਕਿ ਜਦੋਂ ਵੀ ਕੋਈ ਇਹ ਹੁਣ ਇਸ ਘਟਨਾ ਦੇ ਨਾਲ ਸੰਬੰਧਿਤ ਹੀ ਨਹੀਂ, ਜਦੋਂ ਵੀ ਪਿੱਛੇ ਦੀ ਵੀ ਜੇ ਮੰਨ ਲਓ ਕੋਈ ਘਟਨਾਵਾਂ ਹੋਈਆਂ ਪਰਮਾਤਮਾ ਕਰੇ ਕਿ ਅੱਗੇ ਕੋਈ ਇੱਦਾਂ ਦੀ ਘਟਨਾ ਨਾ ਹੋਵੇ ਪਰ ਫਿਰ ਵੀ ਜਿਹੜੀ ਜਿਸ ਤਰ੍ਹਾਂ ਇਹ ਘਟਨਾ ਦੀ ਜਿਹੜੀ ਵੀਡੀਓਜ਼ ਜਦੋਂ ਵਾਇਰਲ ਹੁੰਦੀਆਂ ਉਹ ਜਦੋਂ ਸੋਸ਼ਲ ਮੀਡੀਆ 'ਤੇ ਬਾਰ-ਬਾਰ ਪਾਈਆਂ ਜਾਂਦੀਆਂ ਉਹਦੇ ਨਾਲ ਜਿਹੜੇ ਸਿੱਖਾਂ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਨੂੰ ਕੋਈ ਰਾਹਤ ਮਿਲਣ ਦੀ ਬਜਾਏ ਉਹ ਹੋਰ ਜਿਹੜੀਆਂ ਆਹਤ ਹੁੰਦੀਆਂ। ਤਾਂ ਸਾਨੂੰ ਇਸ ਚੀਜ਼ ਤੋਂ ਗੁਰੇਜ਼ ਕਰਨਾ ਚਾਹੀਦਾ ਕਿ ਵੀ ਇਹ ਜਿਹੜੇ ਵਿਜ਼ੂਅਲਸ ਹੈਗੇ ਆ ਇਹਨਾਂ ਨੂੰ ਬਾਰ-ਬਾਰ ਆਪਣੇ ਸੋਸ਼ਲ ਮੀਡੀਆ 'ਤੇ ਮੰਚਾਂ 'ਤੇ ਨਾ ਪਾਇਆ ਜਾਵੇ ਤਾਂ ਕਿ ਕਿਉਂਕਿ ਜਦੋਂ ਪੁਲਿਸ ਨੇ ਕੋਈ ਵੀ ਕਾਰਵਾਈ ਕਰਨੀ ਹੈ ਤਾਂ ਉਹ ਸਭ ਤੋਂ ਪਹਿਲਾਂ ਜਿਹੜੇ CCTV ਕੈਮਰੇ ਜਾਂ ਹੋਰ ਜੋ ਵੀ ਐਵੀਡੈਂਸ ਹੁੰਦਾ ਉਹ ਕਲੈਕਟ ਕਰ ਲੈਂਦੀ ਹੈ। ਤਾਂ ਅਸੀਂ ਜੇ ਉਹ ਚੀਜ਼ ਸੋਸ਼ਲ ਮੀਡੀਆ 'ਤੇ ਪਾ ਕੇ ਜਿਹੜੀ ਚੀਜ਼ ਨਾਲ ਇੱਕ ਕਮਿਊਨਿਟੀ ਦੇ ਹਿਰਦੇ ਨੂੰ ਸੱਟ ਵੱਜਦੀ ਹੈ ਉਹਨੂੰ ਬਾਰ-ਬਾਰ ਅਸੀਂ ਇਸ ਤਰ੍ਹਾਂ ਪਾ ਕੇ ਅਸੀਂ ਕੋਈ ਮਾਮਲੇ ਦਾ ਹੱਲ ਨਹੀਂ ਕਰ ਰਹੇ। ਆਲਰੇਡੀ ਜਦੋਂ ਸੰਸਥਾਵਾਂ ਨੇ ਜਦੋਂ ਮੰਨ ਲਓ SGPC ਵਰਗੀ ਸੰਸਥਾ ਨੇ ਵੀ ਇਹਨੂੰ ਮੈਟਰ ਨੂੰ ਟੇਕਅਪ ਕਰ ਲਿਆ, ਉਹਦੇ ਬਾਰੇ ਕੋਗਨੀਜੈਂਸ ਲੈ ਕੇ ਸਟੇਟਮੈਂਟਸ ਦਿੱਤੀਆਂ, ਉਹਨਾਂ ਦੇ ਪ੍ਰਧਾਨ ਦੇ ਧਿਆਨ 'ਚ ਹੈਗਾ, ਜਥੇਦਾਰ ਅਕਾਲ ਤਖਤ ਸਾਹਿਬ ਦੇ ਧਿਆਨ 'ਚ ਹੈਗਾ ਅਤੇ ਇਹ ਜ਼ਰੂਰੀ ਨਹੀਂ ਰਹਿੰਦਾ ਕਿ ਵੀ ਹਰੇਕ ਸਿੱਖ ਜਿਹੜਾ ਹੈਗਾ ਉਹ ਘਟਨਾ ਨੂੰ ਆਪਣੇ ਸੋਸ਼ਲ ਮੀਡੀਆ ਮੰਚ 'ਤੇ ਉਹਦੇ ਵਿਜ਼ੂਅਲਸ ਪਾ ਕੇ ਉਹਨੂੰ ਹਾਈਲਾਈਟ ਕਰੇ। ਸਾਨੂੰ ਇਸ ਤਰ੍ਹਾਂ ਦੇ ਪ੍ਰਚਾਰ ਤੋਂ ਬਚਣਾ ਚਾਹੀਦਾ ਕਿਉਂਕਿ ਜੇ ਆਪਾਂ ਉਹਨੂੰ ਪਾ ਕੇ ਵੀਡੀਓ ਨੂੰ ਪਾਉਂਦੇ ਹਾਂ ਅਤੇ ਇੱਕ ਤਰ੍ਹਾਂ ਨਾਲ ਆਪਾਂ ਉਹਦੀ ਜਿਹੜੀ ਉਹਨੇ ਬੇਅਦਬੀ ਕੀਤੀ ਉਹਦਾ ਪ੍ਰਚਾਰ ਕਰ ਰਹੇ ਹਾਂ ਤਾਂ ਉਹ ਚੀਜ਼ ਤੋਂ ਸਾਨੂੰ ਅਵੋਇਡ ਕਰਨਾ ਚਾਹੀਦਾ। ਸੋਸ਼ਲ ਮੀਡੀਆ ਜ਼ਰੂਰ ਇੱਕ ਬਹੁਤ ਚੰਗਾ ਸਾਧਨ ਸਾਨੂੰ ਮਿਲਿਆ ਆਪਣੀ ਗੱਲ ਦੂਜੇ ਪਾਸੇ ਕਨਵੇ ਕਰਨ ਦੀ, ਪਰ ਇਹਦਾ ਜਿਹੜੀ ਦੁਰਵਰਤੋਂ ਤੋਂ ਵੀ ਸਾਨੂੰ ਜਿਹੜਾ ਬਚਣਾ ਚਾਹੀਦਾ। ਜੀ, ਇੱਕ ਜਦੋਂ ਕਿਤੇ ਬੇਅਦਬੀ ਹੁੰਦੀ ਹੈ ਤਾਂ ਕਈ ਗਰਮ ਖਿਆਲੀਆਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਉਹਨੂੰ ਮੌਕੇ 'ਤੇ ਸੋਧਾ ਲਾ ਦਿਓ, ਉਹਨੂੰ ਗੱਡੀ ਝਾੜ ਦਿਓ, ਜਾਂ ਕਈ ਸਿਆਣੇ ਲੋਕਾਂ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਇਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿਓ, ਇਹਨਾਂ ਨੂੰ ਜੋ ਇਹ ਕਾਨੂੰਨੀ ਲੜਾਈ ਲੜੀ ਜਾਏਗੀ। ਇਹਨਾਂ ਦੇ ਵਿਚਕਾਰ ਤੁਸੀਂ ਕਿੱਦਾਂ ਦੇਖਦੇ? ਦੇਖੋ, ਜੋ ਸਰਦਾਰ ਹਰਜਿੰਦਰ ਸਿੰਘ ਜੀ, ਜਿਹੜੀਆਂ ਇਹਦੇ 'ਚ 2 ਗੱਲਾਂ ਹੈਗੀਆਂ। ਜੇ ਤਾਂ ਅਸੀਂ ਸਿੱਖ ਰਵਾਇਤਾਂ ਦੀ ਗੱਲ ਕਰੀਏ ਤੇ ਜਿਹੜਾ ਇੱਕ ਸਿੱਖ ਹੈਗਾ ਉਹ ਕਦੇ ਵੀ ਆਪਣੇ ਗੁਰੂ ਦੀ ਬੇਅਦਬੀ ਨਹੀਂ ਜਿਹੜਾ ਹੈਗਾ ਉਹ ਸਹਿਣ ਕਰ ਸਕਦਾ। ਸਾਡੇ ਸਿੱਖ ਇਤਿਹਾਸ 'ਚ ਇਸ ਤਰ੍ਹਾਂ ਦੇ ਬਹੁਤ ਜਿਹੜੇ ਸਾਨੂੰ ਐਗਜ਼ਾਮਪਲ ਮਿਲ ਜਾਂਦੇ ਆ ਜਦੋਂ
ਸਿੱਖਾਂ ਨੇ ਆਪਣੀ ਸਿਰ ਧੜ ਦੀ ਬਾਜੀ ਜਿਹੜੀ ਹੈਗੀ ਹੈ ਉਹ ਗੁਰੂ ਸਾਹਿਬ ਦੇ ਲਈ ਲਾਈ ਹੈ ਜੀ। ਤੇ ਜਦੋਂ ਦਸਮ ਪਾਤਸ਼ਾਹ ਨੇ ਸਾਨੂੰ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਤਾ ਤੇ ਸਾਡੀ ਜਾਗਤ ਜੋਤ ਜਿਹੜੀ ਹੈਗੀ ਆ ਉਹ ਗੁਰੂ ਗ੍ਰੰਥ ਸਾਹਿਬ ਹੈਗੀ ਆ। ਤੇ ਜੇ ਤਾਂ ਅਸੀਂ ਸਿੱਖ ਰਵਾਇਤ ਦੀ ਗੱਲ ਕਰੀਏ ਜੀ ਤੇ ਫਿਰ ਜਿਹੜੇ ਇਹ ਗੱਲ ਕਰਦੇ ਆ ਕਿ ਵੀ ਹਾਂਜੀ ਸੌਦਾ ਲਾ ਦੇਣਾ ਚਾਹੀਦਾ ਤੇ ਉਹ ਸਹੀ ਨੇ ਫਿਰ, ਕਿਉਂਕਿ ਗੁਰੂ ਤੋਂ ਉੱਤੇ ਤਾਂ ਸਿੱਖਾਂ ਲਈ ਕੁਝ ਵੀ ਨਹੀਂ। ਜੇ ਸਾਡਾ ਗੁਰੂ ਹੀ ਮੰਨ ਲਓ ਸਾਡੇ ਇਸ਼ਟ ਨੂੰ ਹੀ ਕਿਸੇ ਨੇ ਹੱਥ ਪਾ ਲਿਆ ਫਿਰ ਸਾਡਾ ਮਤਲਬ ਜਿਉਣਾ ਮਰਨਾ ਉਹ ਬਰਾਬਰ ਹੀ ਆ ਜੀ। ਪਰ ਲੇਕਿਨ ਜੇ ਆਪਾਂ ਗੱਲ ਕਰੀਏ ਹੁਣ ਕਿਉਂਕਿ ਅਸੀਂ ਭਾਰਤੀ ਜਿਹੜਾ ਸੰਵਿਧਾਨ ਦੇ ਦਾਇਰੇ 'ਚ ਕੰਮ ਕਰ ਰਹੇ ਹਾਂ ਤੇ ਇੱਥੇ ਸਾਨੂੰ ਇੱਕ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਨਾ ਪੈਣਾ। ਜੇ ਅਸੀਂ ਮੰਨ ਲਓ ਕੋਈ ਇਸ ਤਰ੍ਹਾਂ ਦੀ ਘਟਨਾ ਕਰਦੇ ਹਾਂ ਕਿ ਉਹਦੇ 'ਚ ਕੀ ਹੈ ਕਿ ਸਰਕਾਰ ਨੇ ਆਪਣੀ ਕਾਰਵਾਈ ਕਰਕੇ ਸੰਬੰਧਿਤ ਜਿਹੜਾ ਵੀ ਬੰਦਾ ਸੌਦਾ ਲਾਉਂਦਾ ਮੰਨ ਲਓ ਉਹਦੇ ਤੇ 302 ਦਾ ਪਰਚਾ ਹੋਊਗਾ, ਹਾਂਜੀ ਠੀਕ ਹੈ, ਉਹਦੇ ਤੇ ਕਾਰਵਾਈ ਹੋਊਗੀ ਤੇ ਉਹ ਇੱਕ ਸੰਵਿਧਾਨ ਨੇ ਆਪਣਾ ਤਰੀਕਾ ਅਪਣਾਉਣਾ ਜੀ। ਤੇ ਇਸ ਲਈ ਸਾਨੂੰ ਜ਼ਰੂਰੀ ਹੈ ਕਿ ਜਿਹੜਾ ਇੱਕ ਸੌਹਾਰਦਪੂਰਨ ਮਾਹੌਲ ਬਣਾ ਕੇ ਰੱਖਣ ਲਈ ਸਿੱਖ ਜਿਹੜਾ ਹੈਗਾ ਉਹ ਕਿਸੇ ਇੱਕ ਦੇਸ਼ ਦਾ ਵਸਿੰਦਾ ਨਹੀਂ ਜੀ। ਇਹ ਗੱਲ ਜ਼ਰੂਰ ਹੈ ਵੀ ਸਿੱਖਾਂ ਦਾ ਓਰੀਜਨ ਪੰਜਾਬ 'ਚ ਹੋਇਆ, ਪਰ ਅੱਜ ਸਿੱਖ ਜਿਹੜੇ ਹੈਗੇ ਆ ਉਹ ਦੇਸ਼ ਦੁਨੀਆ ਦੇ ਜਿੰਨੇ ਵੀ ਦੇਸ਼ ਹੈਗੇ ਆ ਦੁਨੀਆ 'ਚ ਵੱਖ-ਵੱਖ ਦੇਸ਼ਾਂ 'ਚ ਬੈਠੇ ਨੇ ਤੇ ਸਿੱਖ ਇੱਕ ਲਾ ਅਬਾਈਡਿੰਗ ਸਿਟੀਜ਼ਨ ਹੈਗਾ। ਜੇ ਮੰਨ ਲਓ ਕੈਨੇਡਾ 'ਚ ਬੈਠਾ ਤੇ ਉੱਥੋਂ ਦੀ ਕੈਨੇਡਾ ਦਾ ਜਿਹੜਾ ਉਹ ਕਾਨੂੰਨ ਦੀ ਪਾਲਣਾ ਕਰਦਾ, ਜੇ ਆਸਟ੍ਰੇਲੀਆ 'ਚ ਬੈਠਾ ਆਸਟ੍ਰੇਲੀਆ ਦੇ ਕਾਨੂੰਨਾਂ ਦੀ ਪਾਲਣਾ ਕਰਦਾ। ਤੇ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਜਿਹੜੇ ਵੀ ਦੇਸ਼ 'ਚ ਅਸੀਂ ਰਹਿ ਰਹੇ ਹਾਂ ਉੱਥੋਂ ਦੇ ਕਾਨੂੰਨ ਦਾ ਜਿਹੜਾ ਸੰਵਿਧਾਨ ਦਾ ਵੀ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਹੈ। ਹਾਂ ਜੇ ਤੁਹਾਨੂੰ ਲੱਗਦਾ ਵੀ ਇਹ ਗੱਲ ਸਾਡੇ ਸੰਵਿਧਾਨ ਇਹ ਸਿੱਖਾਂ ਦਾ ਇਹ ਗੁੱਸਾ ਵੀ ਜਾਇਜ਼ ਹੈਗਾ, ਉਹਦਾ ਕਾਰਨ ਇਹ ਹੈਗਾ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 2013 ਮਾਰਚ 2013 ਤੋਂ ਲੈ ਕੇ ਫਰਵਰੀ 2019 ਤੱਕ ਇਹ ਅਕਾਲ ਤਖਤ ਸਾਹਿਬ ਦਾ ਅੰਕੜਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ 250 ਦੇ ਕਰੀਬ ਬੇਅਦਬੀ ਦੀ ਜਿਹੜੀਆਂ ਘਟਨਾਵਾਂ ਹੋਈਆਂ ਜੀ। ਹੁਣ ਉਹ 250 ਘਟਨਾਵਾਂ ਜਦੋਂ ਹੋ ਗਈਆਂ ਤੇ ਉਹਦੇ 'ਚ ਇਨਸਾਫ ਬਹੁਤ ਘੱਟ ਹੈਗਾ ਜੀ। ਵੱਡੇ ਕੇਸ ਦੇਖ ਲਈਏ ਜੇ ਆਪਾਂ ਬਰਗਾੜੀ, ਬੁਰਜ ਜਵਾਰ ਸਿੰਘ ਜਾਂ ਆ ਵੀ ਮਰਿੰਡੇ ਵਾਲਾ ਚਲੋ ਖੈਰ ਫੜਿਆ ਗਿਆ, ਤਖਤ ਸ੍ਰੀ ਕੇਸਗੜ੍ਹ ਸਾਹਿਬ ਹੋਇਆ ਸੀਗਾ, ਸ੍ਰੀ ਦਰਬਾਰ ਸਾਹਿਬ ਹੋਇਆ ਸੀਗਾ, ਉਹਦਾ ਖੈਰ ਸੰਗਤ ਨੇ ਜਿਸ ਤਰ੍ਹਾਂ ਵੀ ਹੈਗਾ ਸੌਦਾ ਲਾਤਾ ਸੀ ਉਦੋਂ, ਕਿਉਂਕਿ ਉਹ ਸੰਗਤ ਦੇ ਉਹ ਚੜਿਆ ਸੀਗਾ, ਸੰਗਤ ਦਾ ਫੈਸਲਾ ਸੀ ਤੇ ਸੰਗਤ ਦਾ ਫੈਸਲਾ ਸੀਗਾ ਜੋ ਉਹ ਹੋਇਆ। ਲੇਕਿਨ ਗੱਲ ਇਹ ਹੈਗੀ ਹੈ ਕਿ ਇਹ ਸਿੱਖਾਂ ਦੀ ਭਾਵਨਾਵਾਂ ਇਸੇ ਕਰਕੇ ਹੈ ਕਿ ਜਦੋਂ ਇਨਸਾਫ ਨਹੀਂ ਮਿਲਦਾ ਤੇ ਉਹਨਾਂ ਦਾ ਜਿਹੜਾ ਭਾਵਨਾਵਾਂ ਜਿਹੜੀਆਂ ਉਬਾਲੇ ਮਾਰਦੀਆਂ ਤਾਂ ਮਾਰਦੇ ਉਹ ਲੰਮੇ ਸਮੇਂ ਤੋਂ ਦੇਖਦੇ ਹੁੰਦੇ ਆ। ਹਾਂ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ, ਮੌਕੇ ਤੇ ਫੜਿਆ ਜਾਂਦਾ ਤਾਂ ਉਹ ਕਹਿ ਦਿੰਦੇ ਆ ਕਿ ਮੈਂਟਲੀ ਅਪਸੈਟ ਸੀਗਾ, ਉਹਨਾਂ ਦਾ ਇਹ ਕਹਿਣਾਗਾ। ਹਾਂ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕਾਰਨ ਬਣਾ ਦਿੰਦੇ ਆ, ਜਿਸ ਕਰਕੇ ਇਹ ਵੀ ਜਾਇਜ਼ ਹੈ ਕਿ ਵੀ ਉਹਨਾਂ ਦੀ ਭਾਵਨਾਵਾਂ ਵੀ ਸਹੀ ਹੈਗੀਆਂ। ਤੇ ਮੇਰਾ ਮਤਲਬ ਵਿਊ ਪੁਆਇੰਟ ਇਹੀ ਹੈਗਾ ਕਿ ਜਿਹੜਾ ਸਿੱਖਾਂ ਨੂੰ ਆਪਣੇ ਆਪ ਨੂੰ ਹੋਰ ਸਟਰੋਂਗ ਬਣਾਉਣਾ ਚਾਹੀਦਾ ਤਾਂ ਕਿ ਇਹ ਜਿਹੜੀਆਂ ਘਟਨਾਵਾਂ ਨਾ ਹੋਣ। ਸਾਡੇ ਜਿਹੜੇ ਮੈਨੇਜਮੈਂਟਸ ਹੈਗੀਆਂ ਖਾਸ ਕਰ ਗੁਰਦੁਆਰਾ ਮੈਨੇਜਮੈਂਟਸ, ਉਹਨੂੰ ਅਸੀਂ ਸੇਵਾ ਭਾਵ ਨਾਲ ਜਦੋਂ ਉੱਥੇ ਸਾਡੀ ਸੇਵਾਵਾਂ ਹੋਣਗੀਆਂ ਉਹਨੂੰ ਮਤਲਬ ਕਿਸੇ ਤਰੀਕੇ ਦਾ ਕੋਈ ਉੱਥੇ ਕਮਰਸ਼ਲਾਈਜੇਸ਼ਨ ਨਾ ਹੋਵੇ, ਬਿਲਕੁਲ ਉਹਨੂੰ ਸੇਵਾ ਭਾਵ ਨਾਲ ਜਦੋਂ ਅਸੀਂ ਗੁਰੂ ਨੂੰ ਗੁਰੂ ਸਮਝ ਕੇ ਉੱਥੇ ਸਾਡੇ ਸੇਵਾਦਾਰ ਜਾਂ ਹੋਰ ਕਰਨਗੇ ਤਾਂ ਮੈਨੂੰ ਲੱਗਦਾ ਕਾਫੀ ਹੱਦ ਤੱਕ ਇਹ ਘਟਨਾਵਾਂ 'ਤੇ ਜਿਹੜਾ ਉਹ ਰੋਕ ਲੱਗੇਗੀ। ਤੇ ਜਿਹੜਾ ਇਹ ਦੋਸ਼ੀਆਂ ਨੂੰ ਸਜ਼ਾਵਾਂ ਵਾਲੀਆਂ, ਦੇਖੋ ਕਾਨੂੰਨ ਹੈ ਤਾਂ ਉਹਨੇ ਆਪਣੇ ਢੰਗ ਨਾਲ ਕੰਮ ਕਰਨਾ ਤੇ ਉਹਨੂੰ ਜਦੋਂ ਤੱਕ ਕੋਈ ਐਵੀਡੈਂਸ ਨਹੀਂ ਮਿਲਦਾ ਉਦੋਂ ਤੱਕ ਉਹਨਾਂ ਨੇ ਕੋਈ ਕਾਰਵਾਈ ਉਹਦੇ 'ਤੇ ਨਹੀਂ ਪਾਉਣੀ। ਜੇ ਮੰਨ ਲਓ ਐਵੀਡੈਂਸ ਮਿਲ ਜਾਂਦਾ ਅਗਲੇ 'ਤੇ, ਜੇ ਸਪੋਜ਼ ਕਰੋ ਉਹਨੇ ਕੀਤਾ ਜੇ 295 ਲੱਗੀ ਆ ਤਾਂ ਉਹਦੀ ਵੱਧ ਤੋਂ ਵੱਧ ਜੋ ਸਜ਼ਾ ਹੈਗੀ ਆ ਮੈਕਸੀਮਮ ਜਾਂ ਉਹ ਮਿਲ ਜੂਗੀ ਜਾਂ ਜੋ ਜੱਜ ਦੇ ਉੱਤੇ ਫੈਸਲਾ ਮਤਲਬ ਡਿਪੈਂਡ ਕਰਦਾ ਵੀ ਉਹ ਕੇਸ ਟੂ ਕੇਸ ਡਿਫਰੈਂਟ ਹੁੰਦਾ। ਇਸੇ ਤਰ੍ਹਾਂ ਜੇ ਆਪਾਂ ਸਿੱਖ ਰਵਾਇਤਾਂ ਦੀ ਗੱਲ ਕਰੀਏ ਤੇ ਉਹਦੇ 'ਚ ਤਾਂ ਫਿਰ ਮਤਲਬ ਸਿੱਧਾ ਹੀ ਗੱਲ ਹੈ ਵੀ ਹਾਂ ਅਗਲੇ ਦਾ ਸੌਦਾ ਲਾਉਣਾ ਤੇ ਉਹ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਰਕਾਰਾਂ ਨੂੰ ਇਸ ਤਰ੍ਹਾਂ ਦਾ ਸਿਚੁਏਸ਼ਨ ਨਹੀਂ ਬਣਨੀ ਦੇਣੀ ਚਾਹੀਦੀ ਕਿ ਵੀ ਸਿੱਖ ਜਿਹੜੇ ਹੈਗੇ ਆ ਉਹਨਾਂ ਦੀ ਭਾਵਨਾਵਾਂ ਲਗਾਤਾਰ ਇਸ ਤਰ੍ਹਾਂ ਉਬਾਲੇ ਖਾਂਦੀਆਂ ਰਹਿਣ ਤੇ ਉਹ ਇਹੋ ਜਿਹਾ ਕੋਈ ਕਦਮ ਕਰਨ ਕਿ ਵੀ ਕੱਲ੍ਹ ਨੂੰ ਜਿਹੜਾ ਕੋਈ ਜੇ ਇੱਦਾਂ ਦਾ ਕੰਮ ਕਰਦਾ ਤੇ ਉਹਦਾ ਸੌਦਾ ਲੱਗੇ। ਤੇ ਸਰਕਾਰ ਜੇ ਚਾਹੁੰਦੀ ਹੈ, ਦੇਖੋ ਸਿੱਖ ਜਿਹੜੇ ਹੈਗੇ ਆ ਉਹ ਦੇਸ਼ ਦੀ ਮਾਰਸ਼ਲ ਕਮਿਊਨਿਟੀ ਹੈਗੀ ਆ। ਜੇ ਆਪਾਂ ਗੱਲ ਕਰੀਏ ਕਿ ਦੇਸ਼ ਦੀ ਆਜ਼ਾਦੀ ਲਈ ਜਾਂ ਅੱਜ ਵੀ ਹੁਣ ਪਿੱਛੇ ਪੂੰਛ 'ਚ ਜਿਹੜਾ ਘਟਨਾ ਹੋਈ ਹੈ 5 ਜਵਾਨ ਜਿਹੜੇ ਸ਼ਹੀਦ ਹੋਏ ਆ ਉਹਦੇ 'ਚੋਂ 4 ਸਾਡੇ ਪੰਜਾਬ ਦੇ ਸਿੱਖ ਹੈਗੇ ਆ। ਤੇ ਮੇਰੇ ਕਹਿਣ ਦਾ ਮਤਲਬ ਹੈ ਸਿੱਖ ਜਿਹੜਾ ਹੈ ਉਹ ਲਾਅ ਅਬਾਈਡਿੰਗ ਸਿਟੀਜ਼ਨ ਹੈਗਾ
ਤੁਸੀਂ ਉਹ ਸਿੱਖਾਂ ਨੂੰ, ਸਰਕਾਰਾਂ ਨੂੰ ਸਾਡੀ ਇਹੀ ਬੇਨਤੀ ਹੈ ਕਿ ਸਿੱਖਾਂ ਨੂੰ ਇਸ ਗੱਲ ਲਈ ਮਜਬੂਰ ਨਾ ਕਰੋ ਕਿ ਉਹ ਜਿਹੜਾ ਕਾਨੂੰਨ ਹੈਗਾ ਉਹ ਆਪਣੇ ਹੱਥ 'ਚ ਲੈਣ, ਜਾਂ ਉਹ ਆਪਣੇ ਹਿਸਾਬ ਨਾਲ ਆਪਣੀ ਸਿੱਖ ਰਵਾਇਤਾਂ ਦੇ ਅਨੁਸਾਰ ਜਿਹੜਾ ਉਹ ਕਾਰਵਾਈਆਂ ਕਰਨ। ਤੇ ਸਰਕਾਰਾਂ ਨੂੰ ਇਹ ਚਾਹੀਦਾ ਕਿ ਉਹ ਸੰਜੀਦਗੀ ਨਾਲ ਇਹ ਮਸਲੇ ਵੱਲ ਵਧਦੇ ਹੋਏ ਜਿਹੜਾ ਇਨਸਾਫ ਦੇਣ, ਤੇ ਜਿਹੜੇ ਅਜਿਹੇ ਲੋਕ ਜਿਹੜੇ ਕਾਰਵਾਈਆਂ ਕਰ ਰਹੇ ਨੇ ਉਹਨਾਂ ਨੂੰ ਠੱਲ ਪਾਉਣ ਲਈ ਕਰੜੇ ਕਾਨੂੰਨ ਬਣਾਏ ਜਾਣ ਤੇ ਕਰੜੀਆਂ ਜਿਹੜੀਆਂ ਸਜ਼ਾਵਾਂ ਦਿੱਤੀਆਂ ਜਾਣ। ਜਿਵੇਂ ਅੱਜ ਜਿਹੜੇ ਆਪਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਹੈਗੇ ਨੇ ਗਿਆਨੀ ਜਗਤਾਰ ਸਿੰਘ, ਉਹਨਾਂ ਦੀ ਇੱਕ ਸਟੇਟਮੈਂਟ ਆਈ ਹੈ ਕਿ ਵੀ ਇਹੋ ਜਿਹੇ ਲੋਕਾਂ ਨੂੰ ਜਿਹੜੀ ਸਜ਼ਾਏ ਮੌਤ ਜਿਹੜੀ ਹੈਗੀ ਆ ਉਹ ਦੇਣੀ ਚਾਹੀਦੀ ਹੈ। ਤੇ ਇਹ ਸਿੱਖ ਰਵਾਇਤ ਦੇ ਅਨੁਸਾਰ ਜਿਹੜੀ ਹੈਗੀ ਆ ਇਹਨਾਂ ਨੂੰ ਸਜ਼ਾਏ ਮੌਤ ਹੀ ਜਿਹੜੀ ਉਹ ਹੋਣੀ ਚਾਹੀਦੀ ਹੈ। ਆਪਾਂ ਜੇ ਇਸਲਾਮਿਕ ਕੰਟਰੀਜ਼ ਦੀ ਗੱਲ ਕਰੀਏ, ਉੱਥੇ ਜਿਹੜੇ ਆਪਣੇ ਬੇਅਦਬੀ ਕਹਿੰਦੇ ਆ, ਉੱਥੇ ਬਲਾਸਫੇਮੀ ਇਹਨੂੰ ਕਹਿੰਦੇ ਆ। ਉਹਨਾਂ 'ਚ ਜੇ ਮੰਨ ਲਓ ਤੁਸੀਂ ਕੁਰਾਨ ਸ਼ਰੀਫ ਨਾਲ ਕੋਈ ਇੱਦਾਂ ਦੀ ਗੱਲ ਕਰ ਦਿਓ, ਉੱਥੇ ਬਲਾਸਫੇਮੀ ਸਜ਼ਾਏ ਮੌਤ ਹੈ, ਉਹ ਚੁਰਾਹੇ 'ਚ ਖੜਾ ਕੇ ਤੁਹਾਨੂੰ ਗੋਲੀ ਮਾਰਨਗੇ। ਤੇ ਜੇ ਆਪਾਂ ਸਰਕਾਰਾਂ ਨੂੰ ਚਾਹੀਦਾ ਵੀ ਜੇ ਇਸ ਤਰ੍ਹਾਂ ਦੇ ਕਾਨੂੰਨ ਤੁਸੀਂ ਚਾਹੁੰਦੇ ਹੋ ਕਿ ਨਹੀਂ ਬਣਾਉਣੇ ਜਾਂ ਨਹੀਂ ਕਰਨੇ, ਤਾਂ ਘੱਟੋ ਘੱਟ ਜਿਹੜੇ ਬੰਦੇ ਇੱਦਾਂ ਦੇ ਕੰਮਾਂ 'ਚ ਫੜੇ ਜਾ ਰਹੇ ਆ ਉਹਨਾਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ, ਤਾਂ ਕਿ ਸੁਸਾਇਟੀ ਨੂੰ ਇੱਕ ਮੈਸੇਜ ਜਾਵੇ ਕਿ ਵੀ ਜੇ ਕੋਈ ਇੱਦਾਂ ਦਾ ਕੰਮ ਕਰਦਾ ਵੀ ਉਹਨਾਂ ਦੇ ਵਿਰੁੱਧ ਜਿਹੜੀ ਕਰੜੀ ਕਾਰਵਾਈ ਵਿਦਆਊਟ ਐਨੀ ਡਿਸਕ੍ਰਿਮੀਨੇਸ਼ਨ। ਮੈਂ ਇਹ ਨਹੀਂ ਕਹਿੰਦਾ ਕਿ ਵੀ ਜਿਹੜਾ ਕੋਈ ਸਿੱਖਾਂ ਦਾ ਧਰਮ ਦਾ ਇਸ ਤਰ੍ਹਾਂ ਦੀ ਭਾਵਨਾ ਭੜਕਾਉਂਦਾ, ਭਾਵੇਂ ਉਹ ਕਿਸੇ ਵੀ ਧਰਮ ਦੀ ਹੋਵੇ, ਉਹ ਜਿਹੜੀ ਹੈਗੀ ਆ ਸਖਤ ਕਾਰਵਾਈ ਹੋਣੀ ਚਾਹੀਦੀ ਆ। ਹੋਰ ਕੁਝ ਸਰੋਤਿਆਂ ਨੂੰ ਬਸ ਜੀ ਅੱਜ ਦੇ ਲਈ ਮੇਰੇ ਖਿਆਲ ਨਾਲ ਇੰਨਾ ਬਹੁਤ ਹੈ, ਤੇ ਤੁਸੀਂ ਸਾਨੂੰ ਇਜਾਜ਼ਤ ਦਿਓ, ਤੇ ਅਸੀਂ ਹੋਰ ਵੀ ਜਿਹੜੇ ਉਮੀਦ ਕਰਦੇ ਹਾਂ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਪਸੰਦ ਕਰੋਗੇ, ਤੇ ਅਸੀਂ ਅੱਗੇ ਵੀ ਆਉਣ ਵਾਲੇ ਸਮੇਂ 'ਚ ਜਿਹੜਾ ਸੰਗਤ ਲਈ ਤੇ ਸਾਡੇ ਸਰੋਤਿਆਂ ਲਈ ਜਿਹੜੀ ਪੰਜਾਬ ਦੇ ਭਖਦੇ ਮਸਲਿਆਂ ਤੇ ਸਿੱਖਾਂ ਦੇ ਭਖਦੇ ਮਸਲਿਆਂ ਤੇ ਜਾਂ ਹੋਰ ਜੋ ਮਸਲੇ ਕੋਈ ਸਾਡੇ ਧਿਆਨ 'ਚ ਆਉਂਦੇ ਆ, ਉਹਨਾਂ 'ਤੇ ਜਿਹੜੀ ਹੈਗੀ ਆ ਉਹ ਗੱਲਬਾਤ ਜਿਹੜੀ ਜਾਰੀ ਰੱਖਾਂਗੇ। ਧੰਨਵਾਦ। ਅੱਗੇ ਤੋਂ ਜਲਦੀ ਕੋਈ ਨਵਾਂ ਵਿਸ਼ਾ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਾਂਗੇ। ਤਦ ਤੱਕ ਲਈ ਧੰਨਵਾਦ। ਸਤਿ ਸ਼੍ਰੀ ਅਕਾਲ।